मुक्तसर साहब भी मत्था टेकना। 3 तरीक ਨੂੰ ਅਸੀਂ ਇੱਥੇ ਬਣਾ ਕੇ ਪਲੇਨ ਸਾਰੇ ਮਤਲਬ ਜਿੰਨੇ ਕੋਈ ਸਾਕ ਸੰਬੰਧੀ ਸੱਦੇ ਉੱਧਰ ਉੱਧਰ ਸਾਰਿਆਂ ਨੇ ਤੇ ਸਾਰਾ ਜਾਣੀ ਘਰ ਦਾ ਪਰਿਵਾਰ ਹੀ ਮਤਲਬ ਕਿਸੇ ਦਾ ਉਹਨਾਂ ਦੀ ਸਕੀਰੀ ਵਾਲੇ ਕੋਲ ਸਾਡੇ ਕੁਛ ਉਹਨਾਂ ਦੇ ਰਲਾ ਕੇ ਅਸੀਂ ਰਲਾ ਮਿਲਾ ਕੇ 43 ਜਾਣੇ ਬੈਠੇ ਰਹੇ ਤੇ ਰਾਤ ਲੰਘੀ। ਸਵੇਰੇ ਇਸ ਲੋਟ ਇਕੱਠਾ ਉਹਨਾਂ ਨੇ ਧਮਾਕਾ ਜਦੋਂ ਹੋਇਆ ਅੱਡੋਡੀ ਬੰਦੇ ਜਿੱਥੇ ਹੈਗੇ ਸੀ ਉੱਥੇ ਹੀ ਸਹਿਮ ਗਏ। ਕਿਤੇ ਕੋਈ ਦਰਬਾਰ ਸਾਹਿਬ ਗਿਆ ਉਹ ਵੀ ਉੱਥੇ ਹੀ ਗੇੜਾ ਖਾ ਗਿਆ, ਕੋਈ ਸਰੋਵਰ 'ਚ ਗਿਆ ਤੇ ਉਹ ਵੀ ਉੱਥੇ ਹੀ ਵੀ ਕੀ ਹੋ ਗਿਆ। ਜਦੋਂ ਸਵੇਰੇ ਉੱਠੇ ਤਾਂ ਕੋਈ ਕਿਧਰੇ ਗਿਆ ਸੀ, ਕੋਈ ਕਿਧਰੇ ਗਿਆ ਸੀ, ਕੋਈ ਦਰਬਾਰ ਸਾਹਿਬ ਗਿਆ, ਕੋਈ ਸਰੋਵਰ ਤੇ ਗਿਆ। ਤੇ ਸਵੇਰੇ 4:45 ਵਜੇ ਉੱਥੇ ਭਾਈ ਵੱਡਾ ਬਹੁਤ ਧਮਾਕਾ ਹੋਇਆ। ਉਹ ਜਦੋਂ ਮਾਰ ਕੇ ਤੜਫ ਕੇ ਹਟ ਜਾ ਕਰੇ, ਗਾਹਾਂ ਵਾਲੇ ਦੇ ਮਾਰਿਆ ਕਰੇ, ਉਦੋਂ ਗਾਹਾਂ ਵਾਲੇ ਦੇ ਮਾਰਿਆ ਕਰੇ। ਜੇ ਕੋਈ ਬੱਚਾ ਆ ਗਿਆ ਤਾਂ ਉਹਦੇ ਤੇ ਪੈਰ ਧਰਦਾ ਵੀ ਦੇਖਿਆ ਸੀ। ਅੱਧਾ ਬੱਚਾ ਉੱਧਰ ਕੱਢਤਾ, ਅੱਧਾ ਉੱਧਰ ਕੱਢਤਾ। ਮੰਜੀ ਸਾਹਿਬ ਬੈਠੇ ਰਹੇ, ਗੋਲੀਆਂ ਚੱਲਦੀਆਂ ਰਹੀਆਂ। ਪਹਿਲਾਂ ਤਾਂ ਉੱਤੋਂ ਦੀ ਗੋਲੀਆਂ ਲੰਘਦੀਆਂ ਰਹੀਆਂ, ਫਿਰ ਹੱਥ ਨੇ 4 ਵਜੇ ਨੂੰ ਸਾਡੇ ਮਤਲਬ ਉੱਤੇ ਆ ਕੇ ਗੋਲੀਆਂ ਕੰਧ 'ਚ ਵੱਜਣ ਲੱਗ ਗਈਆਂ। ਉਹਨਾਂ ਨੇ ਉੱਤਲੇ ਸੀਸੇ ਨਹੀਂ ਹੁੰਦੇ ਆਪਣੇ, ਗੋਲੀਆਂ ਨਾਲ ਭੰਨ ਕੇ ਇੱਕ ਕਮਰੇ 'ਚ ਇੱਕ ਗਰਨੇਟ ਮਾਰਿਆ। ਤੇ ਇਹ ਸਾਡੀ ਮਤਲਬ ਜਿਹੜੀ ਬੱਚੇ ਦੀ ਮਾਂ ਸੀ ਉਹਦਾ ਗਲ ਵੱਢਤਾ ਗਰਨੇਟ ਨੇ। ਇੱਕ ਹੋਰ ਸੀ ਸਾਡੀ ਚਾਚੀ, ਉਹਦਾ ਵੀ ਜਦ ਇਹਦੇ ਮੈਂ ਗਲ ਤੇ ਹੱਥ ਫੇਰ ਕੇ ਜਦੋਂ ਦੇਖਿਆ ਤਾਂ ਗਲ ਕੋਈ ਗਲ ਨਹੀਂ ਸੀ, ਇਕੱਲੇ ਲਹੂ ਨਹੀਂ ਹੱਥ ਭਿੱਜ ਗਏ। ਤੁਹਾਡੀ ਪਤਨੀ ਸੀ? ਹਾਂਜੀ ਹਾਂਜੀ, ਉਹ ਕੋਲੇ ਬੈਠੀ ਸੀ ਮੇਰੇ। ਉਹ ਕਹਿੰਦਾ ਵੀ ਬੱਚਾ ਬੜਾ ਰੋਂਦਾ ਵੀ ਇਹਦਾ ਕੋਈ ਇਲਾਜ ਕਰੋ। ਇਹ ਕਹਿੰਦੀ ਮਾਤਾ ਭਰਜਾਈ ਮੇਰੀ ਮਤਲਬ ਕਹਿੰਦੀ ਵੀ ਇਹਦਾ ਇਲਾਜ ਹੁਣ ਅਸੀਂ ਕੀ ਕਰ ਸਕਦੇ ਹਾਂ, ਵੀ ਇਹਨੂੰ ਅਸੀਂ ਮਾਰ ਵੀ ਨਹੀਂ ਸਕਦੇ। ਉਹ ਕਹਿੰਦਾ ਮਾਰ ਤਾਂ ਮੈਂ ਦਿੰਦਾ, ਅੰਮ੍ਰਿਤਸਰ ਜ਼ਿਲ੍ਹੇ ਦਾ ਸੀ ਸਾਡੇ ਵਿੱਚ ਇੱਕ। ਉਹ ਕਹਿੰਦਾ ਮਾਰ ਤਾਂ ਮੈਂ ਦਿੰਦਾ। ਉਹਨੇ ਬੱਚਾ ਫੜਾਤਾ, ਕਹਿੰਦਾ ਲੈ ਮਾਰ ਦੇ ਭਾਈ, ਹੋਰ ਤਾਂ ਇਲਾਜ ਹੀ ਨਹੀਂ ਕੋਈ, ਵੀ ਆਪਾਂ ਇੰਨੇ ਜਣੇ ਮਰਨ ਤੋਂ ਜੇ ਇਕੱਲੇ ਮਰਨ ਨਾਲ ਖੜਾ ਸੁੱਟਦਾ। ਤੇ ਉਹਨੇ ਕਿਰਪਾਨ ਕੱਢ ਕੇ ਕਿਰਪਾਨ ਜਦੋਂ ਮਾਰਨ ਲੱਗਿਆ, ਜਿਹੜਾ ਸਾਡੇ ਨਾਲ ਚੌਥੇ ਹਿੱਸੇ ਵਾਲਾ ਮੁੰਡਾ ਸੀ ਉਹਨੇ ਕਿਰਪਾਨ ਫੜ ਕੇ ਪੈਰ ਧਰਦਾ ਉੱਥੇ। ਕਹਿੰਦਾ ਜਦੋਂ ਤੂੰ ਇਹਨੂੰ ਮਾਰਦਾ ਪੂਰਾ ਭਰ ਨੂੰ ਵੀ ਤੂੰ ਕਿਹੜਾ ਬਚੇਗਾ। ਤੁਹਾਡੇ ਜਦੋਂ ਗ੍ਰਨੇਡ ਦੇ ਲੱਗੇ ਸੀਗੇ ਤੇ ਉਸ ਤੋਂ ਬਾਅਦ ਕਿੰਨੇ ਆਪਰੇਸ਼ਨ ਹੋ ਚੁੱਕੇ ਹੁਣ ਤੁਹਾਡੇ ਹੁਣ ਤੱਕ? ਇਹਦੇ 'ਚ ਤਾਂ ਹੋ ਗਏ ਭਾਈ ਮੇਰੇ 4 ਹੋ ਗਏ, ਬਾਕੀ 4 ਮੇਰੇ ਮਗਰੋਂ ਢੂਹੀ ਦੇ ਹੋ ਗਏ। ਜਿਹੜਾ ਉਦੋਂ ਰੌਣੇ ਬੱਚੇ ਦੀ ਮਗਰੋਂ ਰੌਣੇ ਵਾਲਾ ਥਾਂ ਪਟ ਉੱਠਿਆ। ਤੇ ਉਹ ਤਾਂ ਭਾਈ 11 ਹੋ ਗਏ, 2 ਅੱਖਾਂ ਦੇ ਹੋ ਗਏ, 1 ਬਾਂਹ ਦਾ ਹੋ ਗਿਆ, 2 ਅੱਖਾਂ 'ਚ ਕਾਲਾ ਮੋਤੀਆ ਹੋ ਗਿਆ। ਉਹਦੇ ਨਾਲ ਆ ਸਾਡੀਆਂ ਲੱਤਾਂ ਵੀ ਫੂਕੀਆਂ ਗਈਆਂ। ਚਲੋ ਹੁਣ ਤਾਂ ਚਿਰ ਬਾਹਲਾ ਹੋ ਗਿਆ, ਕਰ ਨਹੀਂ ਪਤਾ ਲੱਗਦਾ। ਬਾਕੀ ਟੁੱਟ ਤੇ ਵੀ ਡੋਡੀ ਜਿਹਦੇ ਕਿਤੇ ਡਿੱਗ ਪਿਆ, ਸਿੱਕਾ ਮੁੜ ਕੇ ਵਾਪਸ ਡਿੱਗਦਾ ਦੀ ਕੰਧ 'ਚੋਂ। ਉਹਨੇ ਸਾਰੇ ਮਤਲਬ ਥਾਂ ਤੋਂ ਫੂਕਤੇ ਬੰਦੇ ਬੜੀਆਂ ਲਾਸਾਂ ਜਿਹੜੀਆਂ ਲੱਦੀਆਂ ਦੀ ਟਰੱਕ 'ਚ ਮਰਿਆ ਵੀਆਂ, ਜਿੰਨੀਆਂ ਤੀਆਂ ਚੱਕਦੇ ਸੀ 4 ਬੰਦੇ ਵਿੱਚ ਸਿੱਟੇ ਹੁੰਦੇ, ਚੱਕਦੇ 4 ਬੰਦੇ ਵਿੱਚ ਸਿੱਟੇ ਹੁੰਦੇ। ਉਹ ਮੈਂ ਦੇਖਿਆ ਅੱਖੀਂ ਆਪਦੇ ਕੰਮ। ਉਹ ਕਹਿੰਦਾ ਬਾਈ ਕਹਿੰਦਾ ਮਾਰਨ ਨੂੰ ਕਹਿੰਦੇ ਆ, ਕਹਿੰਦਾ ਚੜ੍ਹ ਜਾ ਕਰੜਾ ਦਿਲ ਕਰਕੇ ਕੁਛ ਨਹੀਂ ਹੁੰਦਾ, ਕਹਿੰਦਾ ਬਸ ਉਹ ਲੱਤ ਵੱਢੀ ਜਾਊ। ਮੈਂ ਆਖਿਆ ਹਾਂ ਚਲੋ ਕੁਛ ਪ੍ਰਮਾਤਮਾ ਨੇ ਦਿੱਤਾ ਸਾਰਾ ਕੁਛ ਆਪਦਾ ਲਾਇਆ ਤਾਂ ਮੈਂ ਉਹ ਡੰਡਾ ਫੜ ਲਿਆ। ਤਾਂ ਉਹਨੇ ਮਗਰੋਂ ਤੱਕ ਮੈਂ ਉਹ ਬਾਰੀ ਦੇ ਵਿੱਚ ਹੀ ਐ ਲੱਤ ਫੜ ਕੇ ਬੈਠਾ ਰਿਹਾ। ਨਿਸ਼ਾਨ ਉੱਥੇ ਗੋਲੇ ਦਾ ਜਿਹੜਾ ਬਰੂਦ ਵੱਜੀ, ਇੱਥੇ ਟੁਕੜਾ ਗਰਨੇਟ ਦਾ ਵੀ ਵੱਜਿਆ ਵਾ ਸੀ। ਇਹ ਗੋਲੀਆਂ ਦੇ ਮਗਰੋਂ ਪਹਿਲਾਂ 25 ਟੁਕੜੇ ਇਹਦੇ ਗਰਨੇਟ ਦੇ 24 ਵੱਜੇ ਸੀ। ਜਦੋਂ ਉੱਥੇ ਹਰ ਵਕਤ ਸਾਡੇ ਤੇ ਡਿਊਟੀ ਰਫਲਾਂ ਦੀ ਹੋਈ ਸੀ ਹਰ ਵਕਤ। ਅਜੇ ਜੇਲ੍ਹ ਵਾਲੇ ਦਾ ਸਖਾਲੇ ਤੇ ਉਹ ਰੋਟੀ ਤਾਂ ਖਾਂਦੇ ਸੀ, ਸਾਡੇ ਰੋਟੀ ਵੀ ਨਹੀਂ ਮਿਲੀ ਸਾਨੂੰ ਤਾਂ। ਫਿੱਕੇ ਚੌਲ ਮਿਲਦੇ ਹੁੰਦੇ ਜਾਂ ਸਾਫ ਵੱਡੀਆਂ ਮੋਟੀਆਂ ਭਰਿੰਡੀਆਂ ਜਿਹੜੀਆਂ ਬੀਆਂ ਵਾਲੀਆਂ ਉਹਨਾਂ ਦੀ ਤਰੀ ਵਾਲੀ ਦਾਲ, ਉਹਦੇ 'ਚ ਮਿੱਟੀ ਦੇ ਤੇਲ ਵਾਲੇ ਹੱਥ ਲੱਗੇ ਵੀ ਰੋਟੀ ਨੂੰ ਖਾਓ। ਦੇਖੋ ਕਿ ਉਸ ਵੇਲੇ ਜੇ ਤੁਸੀਂ ਨਾ ਚੜ੍ਹਦੇ ਬੱਸ ਦੇ ਵਿੱਚ ਤਾਂ ਸ਼ਾਇਦ ਤੁਸੀਂ ਵੀ ਉੱਥੇ ਕਿਤੇ ਹੋਣਾ ਸੀ ਤੇ ਪਰਿਵਾਰਕ ਮੈਂਬਰ ਅੱਜ ਨਹੀਂ, ਤੁਸੀਂ ਵਿਚਕਾਰ ਜ਼ਿੰਦਗੀ ਗੁਜ਼ਾਰਨੀ ਸੀ। ਔਰ ਹਿੰਮਤ ਦਿਖਾਈ, ਦਲੇਰੀ ਦਿਖਾਈ, ਅੱਜ ਪਰਿਵਾਰ ਨੂੰ ਫਿਰ ਤੋਂ ਮੁੜ ਸੁਰਜੀਤ ਕੀਤਾ। ਤੁਸੀਂ ਬੜਾ ਹੱਸਦਾ ਵਸਦਾ ਸੋਹਣਾ ਪਰਿਵਾਰ ਤੁਹਾਡਾ ਹੁਣ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਹੋ। ਇਹਨੇ ਆਪਦਾ 2 ਕੁੜੀਆਂ 1 ਮੁੰਡਾ, ਉਹ ਤਾਂ ਭਾਈ ਅਸੀਂ ਨਹੀਂ ਦੇਖਿਆ ਐਵੇਂ ਤੈਨੂੰ ਕਹੀਏ ਵੀ ਮਾਰਤੇ ਜਾਂ ਕਰਤੇ, ਵੀ ਸਾਡੇ ਹਿਸਾਬ ਨਾਲ ਤਾਂ ਮਾਰ ਹੀ ਤੇ ਜੋ ਮੁੜ ਕੇ ਹੀ ਨਹੀਂ ਆਏ। 40 ਸਾਲ ਹੋ ਗਏ ਗੱਲ ਨੂੰ। ਇਹ ਤਾਂ ਉਦੋਂ ਜਦੋਂ ਕੜ ਹੋਈ ਗੋਲੀ, ਅਸੀਂ ਸਾਰੇ ਬੰਦੇ ਸਹਿਮੇ ਬੈਠੇ ਸੀ ਅੰਦਰ।
ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਜੂਨ 1984 ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਹਮਲਾ ਭਾਰਤੀ ਫੌਜ ਵੱਲੋਂ ਸਿੱਖਾਂ ਦੀ ਮਾਨਸਿਕਤਾ ਤੇ ਅਸਹਿ ਹਮਲਾ ਸੀ। ਸਿੱਖਾਂ ਦੇ ਮਨਾਂ ਤੇ ਅੱਜ ਵੀ ਉਸ ਦੀ ਪੀੜ ਸਦਾ ਹੀ ਰਹੇਗੀ। ਅੱਜ ਜਦੋਂ ਵੀ ਜੂਨ ਮਹੀਨਾ ਆਉਂਦਾ ਹੈ ਤਾਂ ਉਹਨਾਂ ਦੇ ਜ਼ਖਮ ਜਿਹੜੇ ਨੇ ਅੱਲੇ ਹੋ ਜਾਂਦੇ ਨੇ, ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਅੱਖੀਂ ਦੇਖਿਆ ਸੀ। ਸੋ ਅੱਜ ਵੀ ਜ਼ਖਮ ਰਿਸਦੇ ਨੇ। ਪਹੁੰਚੇ ਹੋਏ ਬਰਨਾਲਾ ਦੇ ਪਿੰਡ ਸੰਘੇੜਾ ਵਿਖੇ, ਜਿੱਥੇ ਬਾਪੂ ਜੱਗਾ ਸਿੰਘ ਜੀ ਨੇ, ਔਰ ਬਾਪੂ ਜੀ ਦੇ ਨਾਲ ਉਸ ਸਮੇਂ ਇੱਥੇ ਕੀ ਬੀਤਦਾ ਹੈ, ਕਿੰਨਾ ਦਰਦ ਉਹ ਆਪਣੇ ਅੱਜ ਵੀ ਪਿੰਡੇ ਤੇ ਹੰਡਾਰੇ ਨੇ। ਅੱਜ ਵੀ ਉਹਨਾਂ ਦੇ ਚਾਹੇ ਉਸ ਗੋਲੀਆਂ ਦੇ ਔਰ ਉੱਥੇ ਗੋਲੇ ਵੱਜਿਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ। ਪਰ ਜਦੋਂ ਬਾਪੂ ਜੀ ਦੀ ਅਸੀਂ ਦਾਸਤਾਨ ਸੁਣਦੇ ਹਾਂ ਕਿ ਕੀ ਕੁਝ ਹੋਇਆ ਸੀ ਉਸ ਦੌਰਾਨ, ਤਾਂ ਤੁਸੀਂ ਵੀ ਆਪਣੀਆਂ ਅੱਖਾਂ 'ਚ ਹੰਝੂ ਨਹੀਂ ਰੋਕ ਪਾਓਗੇ। ਸਾਡੇ ਨਾਲ ਅੱਜ ਬਾਪੂ ਜੀ ਮੌਜੂਦ ਨੇ, ਗੱਲਬਾਤ ਕਰਾਂਗੇ ਉਸੇ ਹੀ ਵੇਲੇ ਦੀ ਜਿਸ ਦੌਰਾਨ ਇਹ ਸਭ ਕੁਝ ਬੀਤਿਆ ਸੀ। ਸਭ ਤੋਂ ਪਹਿਲਾਂ ਅਸੀਂ ਬਾਪੂ ਜੀ ਦਾ ਸਵਾਗਤ ਕਰਦੇ ਹਾਂ। ਬਾਪੂ ਜੀ, ਡੇਲੀ ਪੋਸਟ ਪੰਜਾਬੀ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ। ਬਾਪੂ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਤੁਹਾਡਾ ਦਰਬਾਰ ਸਾਹਿਬ ਜਾਣ ਦਾ ਸਬੱਬ ਕਿਵੇਂ ਬਣਦਾ ਹੈ? ਇੱਥੋਂ ਤੁਸੀਂ ਪਰਿਵਾਰ ਸਮੇਤ ਤੁਰਦੇ ਹੋ, ਕਾਰਨ ਕੀ ਹੁੰਦਾ ਕਿ ਅਸੀਂ ਅੱਜ ਮੱਥਾ ਟੇਕਣ ਜਾਣਾ ਹੈ? ਅਸੀਂ ਤਾਂ ਭਾਈ ਪਹਿਲਾਂ ਨਾ ਸ਼ੁਰੂਆਤ ਟਰੱਕ ਲਿਆ ਸੀ। ਸ਼ੁਰੂਆਤ ਤੋਂ ਟਰੱਕ ਲੈ ਕੇ ਜਦੋਂ ਅਸੀਂ 4 ਘਰਾਂ ਨੇ ਸਾਂਝਾ ਲਿਆ ਟਰੱਕ, 3 ਘਰਾਂ ਨੇ ਇੱਕ ਦੱਧ ਸੀ, 2 ਦਾ ਸਾਡਾ ਚੌਥਾ ਹਿੱਸਾ ਸੀ। ਅਸੀਂ ਇੱਧਰ ਉੱਧਰ ਚਲਾਉਂਦੇ ਫਿਰਦੇ ਟਰੱਕ ਵੀ ਚਲੋ ਦਰਬਾਰ ਸਾਹਿਬ ਮੱਥਾ ਟੇਕ ਆਵਾਂਗੇ। ਨੰਬਰ ਬਹਾਲ ਕਰਾਇਆ, ਕਲਕੱਤੇ ਦਾ ਕਟਾਇਆ ਵਾ, ਤੇ ਅਸੀਂ ਉੱਥੇ ਚਲੇ ਗਏ ਹਰਿਮੰਦਰ ਸਾਹਿਬ ਵੀ ਮੱਥਾ ਟੇਕਣਾ। 3 ਤਰੀਕ ਨੂੰ ਅਸੀਂ ਇੱਥੇ ਬਣਾ ਕੇ ਪਲੇਨ ਸਾਰੇ, ਮਤਲਬ ਜਿੰਨੇ ਕੋਈ ਸਾਕ ਸੰਬੰਧੀ ਸੱਦੇ ਉੱਧਰ ਉੱਧਰ ਹੀ ਸਾਰਿਆਂ ਨੇ, ਤੇ ਸਾਰਾ ਜਾਣੀ ਘਰ ਦਾ ਪਰਿਵਾਰ ਹੀ, ਮਤਲਬ ਕਿਸੇ ਦਾ ਉਹਨਾਂ ਦੀ ਸਕੀਰੀ ਵਾਲੇ ਕੁਛ ਸਾਡੇ ਕੁਛ ਉਹਨਾਂ ਦੇ ਰਲਾ ਕੇ ਅਸੀਂ ਰਲਾ ਮਿਲਾ ਕੇ 43 ਜਾਣੇ ਵਿੱਚ ਹੀ ਬੱਚੇ ਵੱਧ, ਮਤਲਬ ਬੰਦੇ ਮੇਰੇ ਘੱਟ, ਬੱਚੇ ਵੀ ਚਲੋ ਦਰਬਾਰ ਬੱਚਿਆਂ ਨੂੰ ਜ਼ਿਆਦਾ ਚਾਅ ਹੁੰਦਾ ਹੈ। ਤੇ ਅਸੀਂ ਪਹੁੰਚੇ ਸ਼ਾਮ ਨੂੰ ਤਕਰੀਬਨ ਮੇਰਾ ਖਿਆਲ 6:30 ਵਜੇ ਉੱਥੇ ਜਦੋਂ ਜਾ ਕੇ ਦੇਖਿਆ ਸੀ ਮਾਹੌਲ ਖਰਾਬ ਹੈ, ਵੀ ਆਪਣੇ ਤੇ ਕੋਈ ਟਲੂਗੀ ਤਹੱਦਤ। ਤਾਂ ਅਸੀਂ ਉੱਥੋਂ ਗੇੜਾ ਗੂੜਾ ਦਿੱਤਾ ਤਾਂ ਦੇਖਿਆ ਵੀ ਬਾਹਰੇ ਨਿਕਲ ਚੱਲਦੇ ਹਾਂ। ਤਾਂ ਜਦੋਂ ਅਸੀਂ ਬਾਹਰੇ, ਸਿਆਣੇ ਜਿਹੜੇ ਬੰਦੇ ਆਗੂ ਸੀ ਮੂਹਰੇ, ਹੋਰ ਸਾਡੇ ਨੂੰ ਵੀ ਵੱਡੇ ਸੀ, ਅਸੀਂ ਤਾਂ 23-24 ਸਾਲ ਦੀ ਉਮਰ ਸੀ ਉਦੋਂ, ਤੇ ਉਹ ਬੰਦਿਆਂ ਨੂੰ ਕਹਿੰਦੇ ਵੀ ਨਹੀਂ ਜਾਣਾ, ਨਹੀਂ ਬਾਹਰੇ, ਵੀ ਅੰਦਰ ਕੋਈ ਆਈ ਜਾਓ, ਬਾਹਰੇ ਕੋਈ ਨਹੀਂ ਜਾਣ ਦਿੱਤਾ। ਫਿਰ ਅਸੀਂ ਉੱਥੋਂ ਚਲੋ ਪੈ ਗਏ, ਲੰਗਰ ਖਾਧਾ। ਪਹਿਲਾਂ ਲੰਗਰ ਖਾ ਕੇ ਰਾਤ ਨੂੰ ਪੈ ਗਏ ਮੰਜੀ ਸਾਹਿਬ, ਕਿਉਂ ਇਕੱਠ ਵਾਲਾ ਸੀ ਉਦੋਂ, ਗੁਰੂ ਸਾਹਿਬ ਦਾ ਅਰਜਨ ਦੇਵ ਦਾ ਦਿਹਾੜਾ ਸੀ। ਤੇ ਅਸੀਂ ਮੰਜੀ ਸਾਹਿਬ ਪਏ ਤਾਂ ਸਾਰਾ ਦਿਨ ਉੱਥੇ ਲੰਘਾਇਆ, ਆਥਣ ਰਾਤ। ਜਦੋਂ ਸਵੇਰੇ ਉੱਠੇ ਤਾਂ ਕੋਈ ਕਿਧਰੇ ਗਿਆ ਸੀ, ਕੋਈ ਕਿਧਰੇ ਗਿਆ ਸੀ, ਕੋਈ ਦਰਬਾਰ ਸਾਹਿਬ ਗਿਆ, ਕੋਈ ਸਰੋਵਰ ਤੇ ਗਿਆ। ਤੇ ਸਵੇਰੇ 4:45 ਵਜੇ ਉੱਥੇ ਭਾਈ ਵੱਡਾ ਬਹੁਤ ਧਮਾਕਾ ਹੋਇਆ। ਬਾਪੂ ਜੀ, ਜਦੋਂ ਤੁਸੀਂ ਇੱਥੇ ਪਰਿਵਾਰ ਸਮੇਤ ਜਦੋਂ ਇੱਥੋਂ ਤੁਰਦੇ ਹੋ ਤੇ ਰਸਤੇ ਵਿੱਚ ਵੀ ਤਾਂ ਪਹਿਲਾਂ ਫੌਜ ਲੱਗੀ ਹੁੰਦੀ ਹੈ, ਕਿਸੇ ਨੇ ਉਦੋਂ ਰੋਕਿਆ ਨਹੀਂ ਸੀ ਕਿ ਉਧਰ ਨੂੰ ਨਹੀਂ ਜਾਣਾ? ਭਾਈ ਸਾਨੂੰ ਰੋਕਿਆ ਕਿਸੇ ਨੇ ਨਹੀਂ। ਅਸੀਂ ਫੌਜ ਤਾਂ ਮੋਗੇ ਤੋਂ ਲਾ ਕੇ ਵੱਧ ਲੱਗੀ ਵੀ ਸੀ। ਜਦੋਂ ਅਸੀਂ ਮੋਗੇ ਚਲੇ ਗਏ, ਮੋਗੇ ਤੋਂ ਲਾ ਕੇ ਫੌਜ ਦੀ ਤੁਰ ਥਾਈ, ਸਾਨੂੰ ਕਿਸੇ ਨੇ ਰੋਕਿਆ ਨਹੀਂ। ਬਸ ਸਾਥੀ ਮਾਰੀਆਂ ਨੇ ਵੀ ਜਾਓ ਜਾਓ ਜਾਓ। ਤੇ ਉੱਥੋਂ ਜਦੋਂ ਅਸੀਂ ਮੰਜੀ ਸਾਹਿਬ ਬੈਠੇ, ਜਾ ਕੇ ਮੰਜੀ ਸਾਹਿਬ ਬੈਠੇ ਰਹੇ ਤੇ ਰਾਤ ਲੰਘੀ। ਸਵੇਰੋਂ ਇਸ ਲੋਟ ਇਕੱਠਾ ਉਹਨਾਂ ਨੇ ਧਮਾਕਾ ਜਦੋਂ ਹੋਇਆ, ਅੱਡੋਡੀ ਬੰਦੇ ਜਿੱਥੇ ਹੈਗੇ ਸੀ ਉੱਥੇ ਹੀ ਸਹਿਮ ਗਏ। ਕਿਤੇ ਕੋਈ ਦਰਬਾਰ ਸਾਹਿਬ ਗਿਆ, ਉਹ ਵੀ ਉੱਥੇ ਹੀ ਗੇੜਾ ਖਾ ਗਿਆ। ਕੋਈ ਸਰੋਵਰ 'ਚ ਗਿਆ ਸੀ, ਉਹ ਵੀ ਉੱਥੇ ਹੀ ਵੀ ਕੀ ਹੋ ਗਿਆ। ਹੌਲੀ ਅਸੀਂ 10 ਵਜੇ ਨੂੰ ਤਕਰੀਬਨ ਸਾਰੇ ਬੰਦੇ ਉੱਥੇ ਇਕੱਠੇ ਹੋਏ ਮੰਜੀ ਸਾਹਿਬ ਦੁਬਾਰਾ। ਮੰਜੀ ਸਾਹਿਬ ਬੈਠੇ ਰਹੇ, ਗੋਲੀਆਂ ਚੱਲਦੀਆਂ ਰਹੀਆਂ। ਪਹਿਲਾਂ ਤਾਂ ਉੱਤੋਂ ਦੀ ਗੋਲੀਆਂ ਲੰਘਦੀਆਂ ਰਹੀਆਂ, ਫਿਰ ਹੱਥ ਨੇ 4 ਵਜੇ ਨੂੰ ਸਾਡੇ ਮਤਲਬ ਉੱਤੇ ਆ ਕੇ ਗੋਲੀਆਂ ਕੰਧ 'ਚ ਵੱਜਣ ਲੱਗ ਗਈਆਂ। ਉਹਦੇ ਨਾਲ ਆ ਸਾਡੀਆਂ ਲੱਤਾਂ ਵੀ ਫੂਕੀਆਂ ਗਈਆਂ। ਚਲ ਹੁਣ ਤਾਂ ਚਿਰ ਬਾਹਲਾ ਹੋ ਗਿਆ, ਕਰ ਨਹੀਂ ਪਤਾ ਲੱਗਦਾ। ਬਾਕੀ ਢਿੱਡ ਟੁੱਟ ਤੇ ਵੀ ਅੱਡੋਡੀ ਜਿਹਦੇ ਕਿਤੇ ਡਿੱਗ ਪਿਆ ਸਿੱਕਾ, ਮੁੜ ਕੇ ਵਾਪਸ ਡਿੱਗਦਾ ਦੀ ਕੰਧ 'ਚੋਂ। ਉਹਨੇ ਸਾਰੇ ਮਤਲਬ ਥਾਂ ਤੋਂ ਫੂਕਦੇ ਬੰਦੇ ਬੁੜੀਆਂ। ਤੇ ਜਦੋਂ ਫਿਰ ਹੱਥ ਨੇ ਗੋਲੀ ਜਮਾ ਉੱਤੇ ਆ ਕੇ ਡਿੱਗਣ ਲੱਗ ਗਈ, ਉੱਥੇ 5-4 ਸਿੰਘ ਆਏ। ਉਹ ਕਹਿੰਦੇ ਵੀ ਤੁਹਾਡੇ ਤੇ ਮਤਲਬ ਇੱਥੇ ਗੋਲੀ ਵੱਜੂ ਆ ਕੇ, ਵੀ ਤੁਸੀਂ ਇੱਥੋਂ ਅੱਡਾ ਪੱਟੋ। ਅਸੀਂ ਉੱਥੇ ਅੱਡਾ ਪੱਟਣੀ ਸ਼ੁਰੂ ਕਰਿਆ। ਉੱਥੇ ਪਰਿਵਾਰ ਮੇਰੇ ਖਿਆਲ 20-30 ਹੋਰ ਵੀ ਸੀ, ਇਕੱਲਾ ਸਾਡਾ ਨਹੀਂ ਸੀ। ਕਿ ਮੰਜੀ ਸਾਹਿਬ ਬਹੁਤ ਵੱਡੀ ਜਗ੍ਹਾ ਸੀ ਉਦੋਂ ਦਾ। ਚਲੋ ਹੁਣ ਤਾਂ ਹਜੇ ਮੂਹਰੇ ਰੁਕਿਆ ਵਾ ਉਹ, ਉਦੋਂ ਸਾਰਾ ਮੂਹਰੇ ਵਿਹਲੇ ਹੀ ਸੀ ਉਹ। ਅਸੀਂ ਜਦੋਂ ਹੌਲੀ ਉੱਥੋਂ 2-2 4-4 ਬੰਦੇ ਜਾਣ ਲੱਗੇ ਭੱਜ ਕੇ ਸਰਾਂ ਨੂੰ, ਉਹਦੇ ਵਿੱਚੋਂ ਮਤਲਬ ਸਾਡਾ ਪਰਿਵਾਰ ਬਚਤ ਰਹੀ, ਤਾਂ ਉਹਦੇ ਵਿੱਚੋਂ ਹੋਰ ਬੰਦੇ ਪਰਿਵਾਰਾਂ ਦੇ ਜੀ ਉੱਥੇ 20-30 ਜਾਨੀ ਪੁੜਕਦੇ ਦੇਖੇ ਅਸੀਂ ਮਰਦੇ, ਉਧਰੋਂ ਗੋਲੀ ਵੱਜਦੀ ਤੋਂ।
ਅਸੀਂ ਬਾਗੇ ਉੱਥੇ ਸਾਰੇ ਬੰਦੇ ਇਕੱਠੇ ਹੋ ਗਏ ਜਾ ਕੇ ਸਰਾਂ 'ਚ। ਇਹ ਜਿਹੜਾ ਦੂਸਰਾ ਅੱਧ ਵਾਲਾ ਗੱਡੀ ਵਾਲਾ ਪਰਿਵਾਰ ਸੀ, ਇਹਨਾਂ ਦੇ ਬੰਦੇ ਬੰਦ ਸੀ। ਇਹ ਕਹਿੰਦੇ ਵੀ ਅਸੀਂ ਚਲੋ ਥੱਲੇ ਖੜ ਜਾਂਦੇ ਹਾਂ, ਤੁਸੀਂ ਥੋੜ੍ਹੇ ਨੂੰ ਤਹਾਂ ਵਗ ਜਾਓ ਵੀ ਇੱਕ ਕਮਰੇ 'ਚ ਤਾਂ ਆਪਾਂ ਪਈ ਨਹੀਂ ਸਕਦੇ, ਸਾਰੇ ਅੱਡੋ ਅੱਡੀ 21-22 ਜਣੇ ਪੈਂਦੇ ਆ ਉਹ ਕਮਰੇ 'ਚ, ਛੋਟੇ ਕਮਰੇ ਆ। ਅਸੀਂ ਤਹਾਂ ਚਲੇ ਗਏ, ਥੱਲੇ ਰਹਿ ਗਏ। ਇਹ ਤਾਂ ਜਦੋਂ ਕਿਤੇ ਪਹਿਲੀ ਝਪਟ ਆਈ ਫੌਜ ਦੀ ਅੰਦਰ, ਇਹ ਤਾਂ ਪਹਿਲੀ ਝਪਟ 'ਚ ਹੀ ਇਹਨਾਂ ਨੂੰ ਕਹਿੰਦੇ ਵੀ ਬੁੜੀਆਂ ਅੱਡ ਹੋ ਜਾਓ, ਬੰਦੇ ਅੱਡ ਹੋ ਜਾਓ, ਵੀ ਬੰਦੇ ਤਾਂ ਪਿੰਡ ਨੂੰ ਜਾਣਗੇ। ਇਹਨਾਂ ਦੇ ਵਿੱਚ ਜਵਾਕ ਵੀ ਫੜਾਤੇ ਆਪਦੇ, ਜਿਵੇਂ ਮਾਤਾ ਹਰਬੰਸ ਕੌਰ ਸੀ, ਇਹਨੇ ਆਪਦਾ 2 ਕੁੜੀਆਂ 1 ਮੁੰਡਾ। ਉਹ ਤਾਂ ਭਾਈ ਅਸੀਂ ਨਹੀਂ ਦੇਖਿਆ, ਐਵੇਂ ਤੈਨੂੰ ਕਹੀਏ ਵੀ ਮਾਰਤੇ ਜਾਂ ਕਰਤੇ, ਵੀ ਸਾਡੇ ਹਿਸਾਬ ਨਾਲ ਤਾਂ ਮਾਰ ਹੀ ਤੇ ਜੋ ਮੁੜ ਕੇ ਹੀ ਨਹੀਂ ਆਏ। 40 ਸਾਲ ਹੋ ਗਏ ਉਹ ਗੱਲ ਨੂੰ। ਵੀ ਇਹ ਤਾਂ ਉਦੋਂ ਜਦੋਂ ਕੜ ਹੋ ਗਈ ਗੋਲੀ, ਅਸੀਂ ਸਾਰੇ ਬੰਦੇ ਸਹਿਮੇ ਬੈਠੇ ਸੀ ਅੰਦਰ। ਅਸੀਂ ਉੱਪਰਲੇ 119 ਨੰਬਰ ਕਮਰੇ 'ਚ, ਸਾਡੇ ਜਦੋਂ ਉਹ ਚੜਾ ਫੌਜ ਤਹਾਂ, ਉਹਨਾਂ ਨੇ ਉੱਤਲੇ ਸੀਸੇ ਨਹੀਂ ਹੁੰਦੇ ਆਪਣੇ, ਗੋਲੀਆਂ ਨਾਲ ਭੰਨ ਕੇ ਇੱਕ ਕਮਰੇ 'ਚ 1 ਗਰਨੇਟ ਮਾਰਿਆ। ਤੇ ਇਹ ਸਾਡੀ ਮਤਲਬ ਜਿਹੜੀ ਬੱਚੇ ਦੀ ਮਾਂ ਸੀ, ਉਹਦਾ ਗਲ ਵੜਤਾ ਗਰਨੇਟ ਨੇ। ਇੱਕ ਹੋਰ ਸੀ ਸਾਡੀ ਚਾਚੀ, ਉਹਦਾ ਵੀ ਜਾਣੀ ਇਹਦੇ ਮੈਂ ਗਲ 'ਤੇ ਹੱਥ ਫੇਰ ਕੇ ਜਦੋਂ ਦੇਖਿਆ ਤਾਂ ਗਲ ਕੋਈ ਗਲ ਨਹੀਂ ਸੀ, ਇਕੱਲੇ ਲਹੂ ਨਹੀਂ ਹੱਥ ਭਿੱਜ ਗਏ। ਤੁਹਾਡੀ ਪਤਨੀ ਸੀ? ਹਾਂਜੀ ਹਾਂਜੀ, ਉਹ ਕੋਲੇ ਬੈਠੀ ਸੀ ਮੇਰੇ। ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹ ਦੇਖਿਆ ਨੰਗੇ ਤੜਫਦੇ, ਉਹ ਬੱਚਾ ਸੀ ਸਾਡੇ ਇੱਕ ਛੋਟੇ ਭਾਈ ਦਾ, 3 ਮਹੀਨਾ ਦੀ ਬੱਚਾ ਸੀ ਉਹਦਾ ਜਨਮ ਉਦੋਂ। ਤੇ ਤਾਂ ਕਰਦੇ ਕਰਦੇ ਅਸੀਂ ਜਦੋਂ ਹੋਇਆ ਤਾਂ ਉਹ ਬੱਚਾ ਰੋਂਦਾ ਸੀ ਬਾਹਲਾ। ਉਹ ਕਹਿੰਦਾ ਵੀ ਬੱਚਾ ਬਾਹਲਾ ਰੋਂਦਾ, ਵੀ ਇਹਦਾ ਕੋਈ ਇਲਾਜ ਕਰੋ। ਇਹ ਕਹਿੰਦੀ ਮਾਤਾ ਭਰਜਾਈ ਮੇਰੀ ਮਤਲਬ ਕਹਿੰਦੀ ਵੀ ਇਹਦਾ ਇਲਾਜ ਹੁਣ ਅਸੀਂ ਕੀ ਕਰ ਸਕਦੇ ਹਾਂ, ਵੀ ਇਹਨੂੰ ਅਸੀਂ ਮਾਰ ਵੀ ਨਹੀਂ ਸਕਦੇ। ਉਹ ਕਹਿੰਦਾ ਮਾਰ ਤਾਂ ਮੈਂ ਦਿੰਦਾ, ਅੰਮ੍ਰਿਤਸਰ ਜ਼ਿਲ੍ਹੇ ਦਾ ਸੀ ਸਾਡੇ ਵਿੱਚ ਇੱਕ। ਉਹ ਕਹਿੰਦਾ ਮਾਰ ਤਾਂ ਮੈਂ ਦਿੰਦਾ। ਉਹਨੇ ਬੱਚਾ ਫੜਾਤਾ, ਕਹਿੰਦਾ ਲੈ ਮਾਰ ਦੇ ਭਾਈ, ਹੋਰ ਤਾਂ ਇਲਾਜ ਹੀ ਨਹੀਂ ਕੋਈ, ਵੀ ਆਪਾਂ ਇੰਨੇ ਜਣੇ ਮਰਨ ਤੋਂ ਜੇ ਇਕੱਲੇ ਮਰਨ ਨਾਲ ਖੜਾ ਸੁੱਟਦਾ। ਤੇ ਉਹਨੇ ਕਿਰਪਾਨ ਕੱਢ ਕੇ ਕਿਰਪਾਨ ਜਦੋਂ ਮਾਰਨ ਲੱਗਿਆ, ਆ ਜਿਹੜਾ ਸਾਡੇ ਨਾਲ ਚੌਥੇ ਹਿੱਸੇ ਵਾਲਾ ਮੁੰਡਾ ਸੀ, ਉਹਨੇ ਕਿਰਪਾਨ ਫੜ ਕੇ ਪੈਰ ਧਰਤਾ ਉੱਤੇ। ਕਹਿੰਦਾ ਜਦੋਂ ਤੂੰ ਇਹਨੂੰ ਮਾਰਦਾ ਪੂਰਾ ਭਰ ਨੂੰ, ਵੀ ਤੂੰ ਕਿਹੜਾ ਬਚੇਗਾ। ਉਹ ਭਾਈ ਚਿਕਟ ਗਿਆ ਹੋ ਗਿਆ। ਚੱਲ ਮੁੰਡਾ ਤਾਂ ਰੋਈ ਗਿਆ, ਰੋਣਾ ਹੀ ਸੀ ਉਹਨੇ ਤਾਂ, ਜਦੋਂ ਨਾ ਪਾਣੀ ਸੀ ਨਾ ਦੁੱਧ ਸੀ। ਚੱਲ ਜਦੋਂ ਤੜਕੇ ਅਸੀਂ ਦੇਖਿਆ ਜਾਂਦੇ, ਉਹ ਬੰਦਾ ਜਿਹੜਾ ਮਾਰਦਾ ਸੀ ਮੁੰਡੇ ਨੂੰ, ਉਹਦੇ ਗੋਲੀਆਂ ਵੱਜੀਆਂ, ਮਰਿਆ ਵਾ ਦੇਖਿਆ ਸੀ ਖੁਦ ਆਪ ਉਹ। ਅੱਛਾ। ਹਾਂਜੀ। ਇਹਨਾਂ ਦੇ ਕਾਰਨ ਇਹੀ ਸੀ ਕਿ ਬੱਚਾ ਰੋ ਰਿਹਾ ਸੀਗਾ ਤੇ ਜਿਹੜੀ ਆਵਾਜ਼ ਬਾਹਰ ਜਾਂਦੀ ਸੀ ਤੇ ਪਤਾ ਲੱਗਦਾ ਸੀ ਕਿ ਇੱਥੇ ਲੋਕ ਬੈਠੇ ਹੋਏ ਆ। ਹਾਂਜੀ। ਉਹਨੇ ਉਹ ਗਰਨੇਡ ਦੇ ਟੁਕੜੇ ਨੇ 3 ਜਣੇ ਮਾਰੇ, ਮੇਰੇ ਘਰ ਵਾਲੀ ਮਾਰੀ 4, ਇੱਕ ਉਹ ਮੁੰਡਾ ਅੰਮ੍ਰਿਤਸਰ ਵਾਲਾ ਮਾਰਿਆ, ਤੇ ਇੱਕ ਚਾਚੀ ਦੀ ਸਾਡੀ ਘਰਾਂ 'ਚ ਉਹ ਮਾਰੀ, ਇੱਕ ਉਹ ਕੁੜੀ ਸਾਡੇ ਬਰੇ ਜਿਹੜੀ ਸਾਡੇ ਨਾਲ ਹੀ ਗਈ ਸੀ ਮਤਲਬ ਉਹ ਮਾਰੀ। 4 ਜਣਿਆਂ ਦੀ ਮੌਤ ਉਹ ਗਰਨੇਟ ਨਾਲ ਹੋਈ, ਬਾਕੀ 2 ਅਸੀਂ ਫੱਟੜ ਹੋਏ। ਜਦੋਂ ਸਵੇਰੇ ਸਾਨੂੰ ਉੱਥੋਂ ਗ੍ਰਿਫਤਾਰ ਕਰਕੇ ਹੱਥ ਖੜੇ ਕਰਾ ਕੇ ਉਹ ਕਮਰੇ 'ਚੋਂ ਕੱਢਿਆ ਬਾਹਰ 'ਚ ਵੱਡੀਆਂ ਗੰਨਾਂ ਲਾਈਆਂ ਸੀ, ਐਸੀ ਲੋਟੀ ਆ ਕੁੜੀ ਵਾਂਗੂ ਜਿਵੇਂ ਲਾਈ ਆ ਕੁੜੀ ਸੋਡੀ, ਉੱਤੇ ਗੰਨਾ ਉਹ ਘੁੰਮਦੀ ਸੀ 4 ਸਪੇਰੇ। ਤੇ ਹੱਥ ਖੜੇ ਕਰਾ ਕੇ ਸਾਡੇ ਕਿਸੇ ਦੇ ਵੱਟ ਮਾਰਿਆ, ਕਿਸੇ ਬੈਰਲ ਮਾਰੀ, ਕਿਸੇ ਦੇ ਕੁਛ ਮਾਰਿਆ ਜਾਂਦੀਆਂ, ਮਾਰ ਗਾਲਾਂ ਗੂਲਾਂ ਵੀ ਕੱਢੀਆਂ, ਵੀ ਖਾੜਕੂ ਉੱਦਾਂ ਹੁਣ ਕਰੋ ਜਿਹੜਾ ਕੁਛ ਕਰਦੇ ਹੋ, ਖਾੜਕੂ ਫਲਾਨਾ ਜਿਹੋ ਜਿਹਾ ਕੁਛ ਉਹਨਾਂ ਤੋਂ ਬੋਲਿਆ ਗਿਆ ਬੋਲੇ ਪਈ। ਤੇ ਜਦੋਂ ਅਸੀਂ ਉੱਥੋਂ ਤੁਰੇ ਆਏ, ਹੱਥ ਖੜੇ ਕਰੀ ਆਉਂਦੇ ਸੀ ਸਾਰੇ ਡੋਡੀ ਕਮਰੇ ਵਾਲੇ, ਉਹਨਾਂ ਨੇ ਮੂਹਰੇ ਲਾ ਲਏ। ਜਦੋਂ ਐ ਥੱਲੇ ਆਏ ਪੌੜੀਆਂ 'ਚ, ਅਸੀਂ ਪੌੜੀਆਂ ਵਿਚਾਲੇ ਉਤਰਦੀਆਂ ਤੇ ਦੇਖੀਆਂ ਹੋਣਗੀਆਂ ਤੁਸੀਂ ਵੀ, ਉਹ ਪੌੜੀਆਂ ਦੇ ਵਿੱਚ ਆਏ ਤਾਂ ਉੱਥੇ ਭੈਣ ਦੇ ਨਾਲ ਲਾ ਕੇ ਮੇਰੇ ਆਹ ਗੋਲੀ ਮਾਰੀ। ਇਹ ਗੋਲੀ ਮਾਰੀ ਤਾਂ ਚੱਲ ਮੇਰੀ ਲੱਤ ਜੀ ਵਿੰਗੀ ਹੋਈ ਤਾਂ ਮੈਂ ਮੁੰਡੇ ਨੂੰ ਕਿਹਾ, ਮੈਂ ਯਾਰ ਆਹ ਕੰਮ ਹੋ ਗਿਆ। ਕਹਿੰਦਾ ਕੋਈ ਨਾ, ਕਹਿੰਦਾ ਆ ਜਾ, ਕੁਛ ਨਹੀਂ ਹੁੰਦਾ, ਕਹਿੰਦਾ ਇੱਥੇ ਮਾਰ ਦੇਣਗੇ। ਚਲੋ ਉਹਨੇ ਜਿਉਂ ਖਿੱਚਿਆ ਮੈਨੂੰ ਲਿਜਾ ਕੇ, 50 ਬੰਦੇ ਤਕਰੀਬਨ 40 50 60 ਹੋਣਗੇ, 60 ਤੇ ਮਗਰ ਕਿਹੜਾ ਗਿਣਤੀ ਸੀ। ਉੱਥੋਂ ਮਤਲਬ ਉਹ ਬੰਦਾ ਗੋਲੀ ਮਾਰਨ ਲੱਗ ਗਿਆ ਭਾਈ ਉਦੋਂ, ਜਦੋਂ ਮੈਨੂੰ ਲੈ ਗਿਆ ਖਿੱਚ ਕੇ। ਉਹ ਇੱਕ ਬੰਦੇ ਤੇ ਗੋਲੀ ਮਾਰਿਆ ਕਰੇ, ਜਦੋਂ ਤੜਫ ਕੇ ਹਟ ਜਾ ਕਰੇ, ਗਾਹਾਂ ਵਾਲੇ ਦੇ ਮਾਰਿਆ ਕਰੇ। ਤੁਸੀਂ ਉਹਨਾਂ ਨੂੰ ਦੇਖਿਆ ਜਿਹੜਾ ਗੋਲੀ ਮਾਰਿਆ ਸੀ? ਫੌਜੀ ਸੀਗਾ? ਫੌਜੀ ਸਾਹਮਣੇ, ਸਾਡੇ ਸਾਹਮਣੇ ਹੀ ਮਾਰਦਾ ਸੀ, ਉਹ ਕਿਹੜਾ ਕੋਈ ਓਲੇ ਸੀ। ਉਹ ਜਦੋਂ ਮਾਰ ਕੇ ਤੜਫ ਕੇ ਹਟ ਜਾ ਕਰੇ, ਗਾਹਾਂ ਵਾਲੇ ਦੇ ਮਾਰਿਆ ਕਰੇ, ਉਦੋਂ ਗਾਹਾਂ ਵਾਲੇ ਦੇ ਮਾਰਿਆ ਕਰੇ। ਜੇ ਕੋਈ ਬੱਚਾ ਆ ਗਿਆ ਤਾਂ ਉਹਦੇ ਤੇ ਪੈਰ ਧਰਦਾ ਵੀ ਦੇਖਿਆ ਸੀ, ਅੱਧਾ ਬੱਚਾ ਉੱਧਰ ਕੱਢਤਾ, ਅੱਧਾ ਉੱਧਰ ਕੱਢਤਾ। ਅਖੀਰ ਨੂੰ ਸਾਡੇ ਕੋਲੇ ਜਦੋਂ ਪਹੁੰਚਿਆ ਉਹ, पता है कि ये दर्द बहुत ही
ਸਹਿ ਆ, ਕਿਉਂਕਿ ਜਿਨ੍ਹਾਂ ਨੇ ਆਪਣੇ ਖੋਏ ਆ ਨਾ ਉਸ ਹਮਲੇ ਦੇ ਵਿੱਚ, ਜਾਂ ਅਸੀਂ ਅੱਜ ਵੀ ਯਾਦ ਕਰਦੇ ਹਾਂ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਤਾਂ ਅੱਜ ਵੀ ਸਾਡੇ ਮਨਾਂ ਦੇ ਵਿੱਚ ਇੱਕ ਪੀੜ ਉੱਠਦੀ ਹੈ ਕਿ ਅਜਿਹਾ ਉਸ ਵੇਲੇ ਦੀ ਸਰਕਾਰ ਦੇ ਵੱਲੋਂ ਹੁਕਮ ਕੀਤਾ ਗਿਆ ਸੀ। ਔਰ ਸਭ ਤੋਂ ਘਿਨੌਣੀ ਹਰਕਤ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦੇ ਉਸ ਸਥਾਨ ਤੇ ਜਿਹੜਾ ਹਮਲਾ ਹੋਇਆ, ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਦੇ ਨੇ, ਔਰ ਇਹਨਾਂ ਦਾ ਦਰਦ ਬੜਾ ਵੱਡਾ ਹੈ ਕਿਉਂਕਿ ਆਪ ਅੱਖੀਂ ਉਹ ਦਰਦ ਬਾਪੂ ਜੀ ਨੇ ਦੇਖਿਆ ਹੈ। ਫਿਰ ਉਸ ਤੋਂ ਬਾਅਦ ਤੁਸੀਂ ਉੱਥੇ ਜਦੋਂ ਗੋਲੀ ਪੈਰ 'ਚ ਲੱਗਦੀ ਹੈ, ਚੱਲਣਾ ਵੱਖਰੀ ਮੁਸ਼ਕਲ ਤਾਂ ਹੋ ਜਾਂਦਾ, ਫਿਰ ਉੱਥੋਂ ਤੁਸੀਂ ਨਿਕਲਦੇ ਭਾਈ ਚੱਕ ਕੇ ਲੈ ਗਿਆ ਮੈਨੂੰ ਮੁੰਡਾ, ਉਥੋਂ ਜਦੋਂ ਚੱਕ ਕੇ ਲੈ ਗਿਆ ਉਹਨੇ ਜਿੰਨੇ ਬੰਦੇ ਛੱਡੇ ਸੀ ਮਗਰ ਸਾਰੇ ਦੇ ਸਾਰੇ ਉਹਨੇ ਮਾਰਤੇ, ਇਕੱਲੇ ਬੰਦੇ ਨੇ ਗੋਲੀ ਮਾਰਦਾ 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 ਚਲਿਆ ਗਿਆ। ਸਾਡੇ ਕੋਲੇ ਜਦੋਂ ਪਹੁੰਚਿਆ ਬਸ ਇਹੋ ਜਿਹਾ ਕੋਈ ਕਿਰਪਾ ਹੋਈ ਮਹਾਰਾਜ ਦੀ। ਮੈਂ ਉਹਨੂੰ ਕਿਹਾ ਮੁੰਡੇ ਨੂੰ, ਮੈਂ ਕਿਹਾ ਤੂੰ ਚਲਿਆ ਜਾ, ਮੈਂ ਕਿਹਾ ਅਸੀਂ ਤਾਂ ਮਰਨਾ ਹੀ ਮਰਨਾ ਹੁਣ। ਉਹ ਕਹਿੰਦਾ ਨਹੀਂ, ਕਹਿੰਦਾ ਆਪਾਂ ਇੱਕ ਗੋਲੀ ਨਾਲ ਤਿੰਨੇ ਮਰ ਜਾਈਏ। ਉਹ ਮੁੰਡਾ ਕੌਣ ਸੀ? ਮੁੰਡਾ ਸਾਡੇ ਇੱਥੇ ਘਰਾਂ 'ਚ ਸਾਡੇ ਨਾਲ ਹੀ ਗਿਆ ਵਾ ਸੀ ਭਾਈ, ਉਹ ਸਾਡੇ ਮਤਲਬ ਨੇੜੇ ਸੀ, ਤੇ ਕਹਿੰਦਾ ਵੀ ਆਪਾਂ ਤਿੰਨੇ ਇੱਕ ਗੋਲੀ ਨਾਲ ਮਰ ਜਾਈਏ ਫਿਰ ਠੀਕ ਹੈ, ਵੀ ਨਹੀਂ ਤਾਂ ਮੈਂ 2 ਘੰਟੇ ਬਾਅਦ ਮਰ ਜਾਊਂ, ਤੁਸੀਂ ਪਹਿਲਾਂ ਮਰ ਜਾਓਗੇ। ਯਾਨੀ 7 ਤੋਂ 5-4 3-4 ਲਾ ਲਓ 5-4 ਲਾ ਲਓ, ਉਦੋਂ ਗੋਲੀ ਦਾ ਆਰਡਰ ਬੰਦ ਹੋ ਗਿਆ ਉੱਥੇ। ਉਹ ਜਿਹੜਾ ਬਾਜਵਾ ਸਾਹਿਬ ਦੀ ਕੋਈ ਉਪਲੀ ਦਾ, ਅਮਰਗੜ੍ਹ ਕੋਲੇ ਉਪਲੀ ਹੈ, ਉੱਥੇ ਦਾ ਉਹ ਬੰਦਾ ਪਹੁੰਚਿਆ, ਉਹ ਕਹਿੰਦਾ ਜਿਹੜਾ ਬੰਦਾ ਮਾਰਨਾ ਤੇ ਇੱਕ ਵੀ ਨਹੀਂ ਮਰਿਆ, ਭਣੋਈਆ ਤੁਹਾਡਾ ਸੋਤੋਂ, ਵੀ ਇਹਨਾਂ ਨੂੰ ਕਿਉਂ ਮਾਰੀ ਜਾਂਦੇ ਹੋ ਜਵਾਕਾਂ ਵਾਲਿਆਂ ਨੂੰ। ਚਲੋ ਗੋਲੀ ਬੰਦ ਹੋ ਗਈ ਭਾਈ। ਉੱਥੇ ਉਹਨਾਂ ਨੇ ਪਾਣੀ ਪੂਣੀ ਪਹੁੰਚਾਇਆ ਤੇ ਛੋਲੇ ਵੀ ਪਹੁੰਚਾਏ 1-2 ਬੋਰੀਆਂ, ਜਿਹਨੇ ਕਿਸੇ ਨੂੰ ਲੋੜ ਸੀ, ਜਿਹੋ ਜਿਹਾ ਹਿਸਾਬ ਕਿਤਾਬ ਖਾਧਾ, ਕਿਸੇ ਨੇ ਕੁਛ ਨਾ ਖਾਧਾ। ਚਲੋ ਉਦੋਂ ਨੂੰ ਉੱਧਰੋਂ ਟੈਂਕੀ ਫੁੱਟ ਗਈ, ਜਿਹੜੇ ਬੰਦੇ ਬੈਠੇ ਸੀ ਫੱਟੜ, ਟੈਂਕੀ ਗੋਲੇ ਨਾਲ ਫੁੱਟੀ ਤਾਂ ਪਾਣੀ ਪਾਣੀ ਆ ਬੜਿਆ ਥੱਲੇ, ਲਹੂ ਲਾਲ ਪਾਣੀ ਖੁਦ ਜਾਣੀ ਸੀ, ਅਸੀਂ ਦੇਖਿਆ ਆਪਦੀਆਂ ਅੱਖਾਂ ਨਾਲ। ਤੇ ਫੱਟੜ ਵਾਲੀ ਦੁਨੀਆ ਸੀ। ਜਦੋਂ ਉੱਥੋਂ ਫਿਰ ਹੌਲੀ 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 ਇਹ ਸਾਡਾ ਬੱਚਾ ਤਾਂ ਮਤਲਬ ਉੱਥੇ ਹੀ ਰਹਿ ਗਿਆ, ਜਦੋਂ ਗਲ ਵੱਢਿਆ ਗਿਆ ਸੀ, ਇਹ ਹੌਲੀ ਹੌਲੀ ਸਾਡੇ ਕੋਲੇ ਤਕਰੀਬਨ 11-12 ਵਜੇ ਪਹੁੰਚੇ ਹੋਣਗੇ। ਉਹਦਾ ਘੜੀਆਂ ਵੀ ਇਹ ਨਹੀਂ ਸੀ ਕਿਸੇ ਕੋਲੇ, ਵਧੀਆ ਲਾਟ ਬੰਦੇ ਕੋਲੇ ਘੜੀ ਹੁੰਦੀ ਸੀ। ਜਦੋਂ ਪਹੁੰਚਿਆ ਤਾਂ ਇਹ ਤਾਂ ਮਤਲਬ ਛੋਟਾ ਬਾਲਾ ਸੀ, ਉਹ ਮੁੰਡਾ ਮੌਤ ਹੋ ਗਈ ਉਹਦੀ ਵੀ, ਮੁੰਡੇ ਦੀ। ਉਹ ਮੁੰਡਾ ਜਾਣੀ ਕਹਿੰਦਾ ਵੀ, ਉਹਨੂੰ ਕਹਿੰਦੇ ਵੀ ਤੂੰ ਇੱਥੇ ਖੜਾ, ਉਹ ਕਹਿੰਦਾ ਜਿਹਦੀ ਮਾਂ ਮਰ ਗਈ, ਕਹਿੰਦਾ ਇਹ ਕੋਲੇ ਖੜਾ, ਕਹਿੰਦਾ ਮੈਂ ਇਹਦੇ ਕੋਲੇ ਖੜਾ, ਵੀ ਬੰਦੇ ਸਾਡੇ ਵਗ ਗਏ ਥੱਲੇ। ਉਹ ਕਹਿੰਦਾ ਕੋਈ ਨਾ ਇਹਨੂੰ ਲੈ ਚੱਲ, ਕਹਿੰਦਾ ਮੈਂ ਉਹ ਕਰਦਾ ਬਈ ਲਿਆਉਣਾ ਇਹਨੂੰ ਚੱਕ ਕੇ, ਵੀ ਤੁਸੀਂ ਚਲੋ। ਉਹ ਮੁੰਡਾ ਜਾਣੀ ਲੈ ਕੇ ਆਇਆ ਸਾਡੇ ਕੋਲ 11 ਵਜੇ ਨੂੰ, ਮੁੰਡਿਆਂ ਨੂੰ, ਇਹਨਾਂ ਜਵਾਕਾਂ ਨੂੰ, ਸਾਡਿਆਂ ਨੂੰ। ਤੁਹਾਡਾ ਬੇਟਾ ਉਦੋਂ ਕਿੰਨੇ ਸਾਲ ਦਾ ਸੀ? ਉਦੋਂ ਤਕਰੀਬਨ ਪੌਣੇ 2 ਸਾਲ ਦਾ, ਬਸ 10 ਮਹੀਨੇ ਦਾ ਹੋਊ, ਵੱਧ ਤੋਂ ਵੱਧ ਹੋਇਆ 1 ਸਾਲ 10 ਮਹੀਨੇ ਦਾ ਹੋਊ। ਤੇ ਉਹ ਜਦੋਂ ਆਇਆ ਸਾਡੇ ਕੋਲ, ਥੋੜ੍ਹੀ ਹੌਲੀ ਹੌਲੀ ਤੁਰਨੀ ਸਿੱਖਦਾ ਸੀ। ਤੇ ਅਸੀਂ ਭਾਈ ਉੱਥੇ ਫਿਰ ਉਹ ਚੱਲ ਇਹਨਾਂ ਨੇ ਬੱਚਿਆਂ ਨੇ ਸਾਂਭ ਲਏ ਬੱਚੇ, ਜਿਹੜੇ ਮੈਂ ਫੱਟੜ ਹੋਇਆ ਉਦੋਂ ਪਹਿਲੀ ਝਪਟ ਜਾਂ ਮੌਤ ਇਹਨਾਂ ਦੀ ਹੋਈ। ਤੇ ਉੱਥੋਂ ਕਹਿੰਦੇ ਵੀ ਚਲੋ ਆਥਣੇ ਜਦੋਂ 7 ਵੱਜ ਗਏ, ਕਹਿੰਦੇ ਵੀ ਚਲੋ ਹਸਪਤਾਲ ਲੈ ਕੇ ਚੱਲਦੇ ਆ ਤੁਹਾਨੂੰ। ਉੱਧਰ ਬਾਹਰਲੇ ਪਾਸੇ ਜਿਹੜੇ ਮੈਂ ਆਪਣਾ ਗੇਟ ਨਹੀਂ ਵੱਡਾ ਸਰਾਂ ਦਾ, ਉਹ ਗੇਟ 'ਚ ਟਰੱਕ ਲਾਇਆ ਹੋਇਆ ਸੀ, ਇੱਕ ਬੱਸ ਲਾਈ ਵੀ ਸੀ ਰੋਡਵੇਜ ਦੀ। ਬੱਸ 'ਚ ਮੈਨੂੰ ਇਹ ਬੰਦੇ ਸਾਡੇ ਹੀ ਚੱਕ ਕੇ ਉੱਥੇ ਜਾਣੀ ਬੱਸ ਦੇ ਗੇਟ ਤੇ ਕੋਲ ਛੱਡੇ, ਲਾਸਾਂ ਜਿਹੜੀਆਂ ਲੱਦੀਆਂ ਦੀ ਟਰੱਕ 'ਚ ਮਰਿਆ ਵੀਆਂ, ਜਿੰਨੀਆਂ ਤੀਆਂ ਚੱਕਦੇ ਦੀ 4 ਬੰਦੇ ਵਿੱਚ ਸਿੱਟੇ ਹੁੰਦੇ, ਚੱਕਦੇ 4 ਬੰਦੇ ਵਿੱਚ ਸਿੱਟੇ ਹੁੰਦੇ, ਉਹ ਮੈਂ ਦੇਖਿਆ ਅੱਖੀਂ ਆਪਦੇ ਕੰਮ। ਜਦੋਂ ਮੈਨੂੰ ਕਹਿੰਦੇ ਵੀ ਚੜ੍ਹ ਜਾ ਵਿੱਚ, ਮੈਂ ਕਿਹਾ ਜੀ ਮੇਰੀ ਤਾਂ ਲੱਤ ਟੁੱਟੀ ਆ, ਮੈਂ ਕਿਵੇਂ ਚੜੂੰਗਾ। ਉਹਨਾਂ ਨੇ ਆਪਸ ਦੀ ਰਾਏ ਮਿਲਾਈ, ਕਹਿੰਦੇ ਵੀ ਦੂਸਰਾ ਬੰਦਾ ਕਹਿੰਦਾ ਮਾਰ ਗੋਲੀ, ਕਹਿੰਦਾ ਇੱਧਰ ਲਾਸਾਂ ਵਾਲੇ 'ਚ ਕਰਦੇ, ਉਹਨਾਂ ਨੇ ਆਪਦੀ ਬੋਲੀ 'ਚ। ਉਹ ਮੈਨੂੰ ਗੁਰੂ ਹਰਸਾਏ ਦਾ ਮੁੰਡਾ ਸੀ, ਪੰਜਾਬੀ ਪੁਲਿਸ ਵਾਲਾ, ਕੱਲਾ ਉੱਥੇ ਮੈਂ ਦੇਖਿਆ। ਉਹ ਕਹਿੰਦਾ ਬਾਈ, ਕਹਿੰਦਾ ਮਾਰਨ ਨੂੰ ਕਹਿੰਦੇ ਆ, ਕਹਿੰਦਾ ਚੜ੍ਹ ਜਾ ਕਰੜਾ ਦਿਲ ਕਰਕੇ, ਕੁਛ ਨਹੀਂ ਹੁੰਦਾ, ਕਹਿੰਦਾ ਵੱਧ ਤੋਂ ਵੱਧ ਲੱਤ ਵੱਢੀ ਜਾਊ। ਮੈਂ ਆਖਿਆ ਹਾਂ ਚਲੋ ਕੁਛ ਪ੍ਰਮਾਤਮਾ ਨੇ ਦਿੱਤਾ ਸਾਰਾ ਕੁਛ ਆਪਦਾ ਲਾਇਆ, ਤਾਂ ਮੈਂ ਉਹ ਡੰਡਾ ਫੜ ਲਿਆ, ਤਾਂ ਉਹਨੇ ਮਗਰੋਂ ਤੱਕ ਕੁਛ, ਮੈਂ ਉਹ ਬਾਰੀ ਦੇ ਵਿੱਚ ਹੀ ਐਂ ਲੱਤ ਫੜ ਕੇ ਬੈਠਾ ਰਿਹਾ। ਤੇ 7 ਵਜੇ ਦੇ ਅਸੀਂ ਚੱਲੇ ਵੀ ਉੱਥੋਂ, ਉਹਨਾਂ ਨੇ ਰਾਤ ਦੇ 3 ਵਜੇ ਤੜਕੇ ਸਵੇਰੋਂ ਬੱਸ ਲਾਈ ਆ 3 ਕਿਲੋਮੀਟਰ ਬਾਟ। ਕਿੱਥੇ ਲੈ ਕੇ ਗਏ ਤੁਹਾਨੂੰ ਬਾਅਦ ਵਿੱਚ? ਤੇਗ ਬਹਾਦਰ ਹਸਪਤਾਲ 'ਚ। ਅੱਛਾ, ਹਸਪਤਾਲ ਲੈ ਗਏ। ਤੇ ਹਸਪਤਾਲ ਲੈ ਗਏ, ਜਾਣੀ 9-10 ਘੰਟੇ 8 ਘੰਟੇ ਉਹਨਾਂ ਨੇ ਰਾਹ 'ਚ ਲਾਏ। ਕਿਤੇ ਜਿੱਥੇ ਜੀ ਕਰਦਾ ਸੀ 4 ਬਦਾਮ ਭੰਨਣ ਲੱਗ ਗਏ, ਜਾਂ ਪੇਗ ਲਾਉਣ ਲੱਗ ਗਏ, ਦਾਰੂ ਚੱਲਦੀ ਸੀ ਉਹਨਾਂ ਦੀ ਆਪਦੀ ਫੌਜ ਦੀ। ਤੇ ਜਦੋਂ ਉੱਥੇ ਲਾਹੇ ਜਾ ਕੇ 14 ਬੰਦਿਆਂ ਦੀ ਬੱਸ ਦੇ ਵਿੱਚ ਮੌਤ ਹੋ ਗਈ। ਤੁਸੀਂ ਸਾਰੇ ਤੜਫ ਰਹੇ ਸੀ ਬੱਸ ਦੇ ਵਿੱਚ, ਲਹੂ ਲਹਾਨ ਸੀ, ਲੋਕ ਚੀਕ ਚਿਹਾੜਾ ਪਿਆ ਹੋਇਆ ਸੀ, ਔਰ ਉਹ ਲੋਕ ਇੰਨੇ ਬੇਦਰਦ ਸੀ ਕਿ ਉਹ ਤੁਹਾਨੂੰ ਹਸਪਤਾਲ ਵਿੱਚ ਛੇਤੀ ਨਹੀਂ ਪਹੁੰਚਾ ਪਾਏ।
ਬੇਦਰਦ ਭਾਈ ਜਿਹੜਾ ਹੁਣ ਮਰੇ ਬੱਚੇ ਵੇ ਦੇ ਉੱਤੇ ਪੈਰ ਧਰ ਸਕਦਾ ਉਦੋਂ ਬੇਦਰਦ ਕੀ ਹੋਊਗਾ? ਉਹ ਤਾਂ ਮਰਦੇ ਹੀ ਸੀ ਉੱਥੇ, ਤਾਂ ਉਹ ਖੁਦ ਮਾਰਦੇ ਸੀ ਉੱਤੇ ਪੈਰ ਧਰ ਕੇ। ਉੱਥੇ ਤਾਂ ਆਪਦੇ ਆਪ ਮਰਦੇ ਸੀ ਬੱਸ ਦੇ ਵਿੱਚ, ਤਾਂ ਉਹ ਖੁਦ ਪੈਰ ਧਰ ਕੇ ਮਾਰ ਰਹੇ ਸੀ ਬੱਚਿਆਂ ਨੂੰ ਉੱਤੇ, ਜਿਹੜੇ ਬੇਸੂਝ ਬੱਚੇ ਸੀ। ਜਦੋਂ ਅਸੀਂ ਉੱਥੋਂ ਬੱਸ, ਉਹਨਾਂ ਨੇ ਸਾਨੂੰ 3 ਵਜੇ ਨੂੰ ਉੱਥੇ ਲਾਇਆ ਹਸਪਤਾਲ ਜਾ ਕੇ। ਉਹਨਾਂ ਨੇ ਹਸਪਤਾਲ ਵਾਲਿਆਂ ਨੇ ਬਹੁਤ ਸਮਾਈ ਕਰੀ, ਐਵੇਂ ਕਹੀਏ, ਅੱਡੋ ਅੱਡੀ ਪੱਟੀਆਂ ਪੁੱਟੀਆਂ, ਜਿਹੜਾ ਕੋਈ ਖਾਣ ਪੀਣ ਜਿਹੋ ਜਿਹਾ ਕੁਛ ਹੋਇਆ ਤਾਂ ਉਹਦੇ ਉਹਨਾਂ ਨੇ ਪੂਰਾ ਦਿੱਤਾ। ਉਦੋਂ ਬਾਅਦ ਭਾਈ ਪਤਾ ਨਹੀਂ ਤਾਂ ਰੋਟੀ ਦਾ ਠੇਕਾ ਹੋ ਗਿਆ, ਪਤਾ ਨਹੀਂ ਗੌਰਮੈਂਟ ਨਾਲ ਸੰਧੀ ਹੋ ਗਈ ਕਿਸੇ ਦੀ, ਲਾ ਲਓ ਚਾਹੇ ਸਾਨੂੰ ਤਾਂ ਕੋਈ ਪਤਾ ਨਹੀਂ। ਜਿਹੜੇ ਉਦੋਂ ਬਾਅਦ ਰੋਟੀ ਨੂੰ ਮਿੱਟੀ ਦੇ ਤੇਲ ਦਾ ਹੱਥ ਆਟੇ ਨੂੰ ਲੱਗਣ ਲੱਗ ਗਿਆ। ਜਦੋਂ ਅਸੀਂ ਤਾਂ ਰੋਟੀ ਖਾਣੀ ਵੀ ਛੱਡਤੀ, ਗੱਲ ਮੁਕਾਓ ਤੁਸੀਂ। ਜਦੋਂ 63 ਦਿਨਾਂ 'ਚ 32 ਕਿਲੋ ਵਜ਼ਨ ਰਹਿ ਗਿਆ ਸੀ ਮੇਰਾ ਕੁਆਂਟਲ ਤੋਂ। ਅੱਛਾ, ਹਾਂਜੀ 32 ਕਿਲੋ ਤੁਹਾਡਾ ਉਸ ਟਾਈਮ ਤੇ ਵਜ਼ਨ ਹੋ ਗਿਆ ਸੀਗਾ। ਜੀ ਜੀ ਹਾਂ। ਚਲੋ 3-4 ਦਿਨ ਲੰਘੇ। ਤੇ, ਪਰਿਵਾਰ ਦਾ ਨਾਲ ਕੋਈ ਸੀ ਉਸ ਟਾਈਮ ਤੇ ਕਿ ਨਹੀਂ ਸੀ? ਇਕੱਲਾ ਸੀ, ਕੋਈ ਕਿਸੇ ਨੂੰ ਗੱਲ ਨਹੀਂ ਕਰਨ ਦਿੱਤੀ। ਜਿਹੜੇ ਦਾ ਜ਼ਿਆਦਾ ਫੱਟੜ ਦੀ ਉਹ ਤਾਂ ਮੰਜੇ ਤੇ ਇਕੱਲਾ ਸੀ, ਜਿਹੜੇ ਵੱਧ ਘੱਟ ਦੀ 2 ਤੀ, ਜਿਹੜੇ ਉਦੋਂ ਘੱਟ ਫੱਟੜ ਦੀ ਉਹ ਥੱਲੇ ਪੁੰਜੇ ਪਏ ਸੀ। ਜੇ ਕਿਸੇ ਨੇ ਪੁੱਛ ਲਿਆ ਪਿੰਡ ਕਿਹੜਾ ਤੇਰਾ, ਉਹਦੇ ਦਾ ਥੱਲੜੇ ਦੇ ਠੇਡਾ ਬੂਟ ਦਾ, ਉਤਲੇ ਦੇ ਹੁੱਜ ਸਟੇਨ ਕਰਨ ਦੀ। ਉੱਥੇ ਫੌਜ ਦੀ 2 ਘੰਟਿਆਂ ਬਾਅਦ ਡਿਊਟੀ ਬਦਲਤੀ ਸੀ। ਇੱਕ ਬੈੱਡ ਤੇ 2 ਬੰਦਿਆਂ ਦੀ ਡਿਊਟੀ ਸੀ, ਜਿਹੜੇ ਹਸਪਤਾਲ ਦੇ ਬੈੱਡ ਸੀ। ਇੱਕ ਤੇ 2 ਦੀ ਡਿਊਟੀ ਸੀ। ਜੇ 15 ਬੰਦੇ ਪਏ ਆ ਤਾਂ 30 ਬੰਦਿਆਂ ਦੀ ਉੱਥੇ ਫੌਜ ਦੀ ਡਿਊਟੀ ਸੀ। ਹਾਂ, ਇੰਨੀ ਕਰੜਾਈ ਸੀ। 33 ਦਿਨ ਸਾਨੂੰ ਕਿਸੇ ਨੇ ਉੱਧਰ ਉੱਧਰ ਹੀ ਗੱਲ ਨਹੀਂ ਕਰਨ ਦਿੱਤੀ। ਜਦੋਂ 5-4 ਦਿਨ ਸਾਨੂੰ ਲੰਘੇ ਤਾਂ ਉਹਦੇ ਵਿੱਚੋਂ 2 ਬੰਦੇ ਉੱਡ ਗਏ ਵਿੱਚੋਂ ਹਸਪਤਾਲ ਦੇ। ਤੁਸੀਂ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੋ, ਉਹ ਤਰੀਕ ਕਿਹੜੀ ਸੀਗੀ? ਤਰੀਕ ਹੱਥ ਨੇ ਸੀ 3 ਤਰੀਕ ਨੂੰ ਸ਼ਾਮ ਨੂੰ ਗਏ। ਸਵੇਰੋਂ 4 ਤਰੀਕ ਨੂੰ 4:45 ਵਜੇ ਅਸੀਂ ਡੁੱਡੀ ਖੰਡੇਵੇ ਸੀ ਸਾਰੇ। ਕੋਈ ਮੱਥਾ ਟੇਕਣ ਗਿਆ ਸੀ, ਕੋਈ ਦਰਬਾਰ ਸਰੋਵਰ ਤੇ ਗਿਆ ਸੀ, ਕੋਈ ਫਲੱਸ ਗਿਆ ਸੀ, ਕੋਈ ਕਿਤੇ ਗਿਆ ਸੀ, ਕੋਈ ਕਿਤੇ ਗਿਆ ਸੀ। 10-11 ਵਜੇ ਨੂੰ 4 ਤਰੀਕ ਨੂੰ ਇਕੱਠੇ ਹੋਏ ਨਾ ਅਸੀਂ। ਫਿਰ ਉੱਥੋਂ ਫਿਰ ਸਰਾਂ 'ਚ ਗਏ। ਸਰਾਂ 'ਚ ਆ ਕੁਛ ਹੋਇਆ। ਫਿਰ ਅਸੀਂ ਉੱਥੋਂ ਜਦੋਂ ਸਾਡੇ ਉਹ 2 ਬੰਦੇ ਉਹਦੇ ਵਿੱਚੋਂ ਭੱਜ ਗਏ ਹਸਪਤਾਲ ਦੇ। ਉਹਨਾਂ ਨੇ ਫਲੱਸ ਦਾ ਤੋੜਿਆ ਸੀਸਾ ਉਤਲਾ ਕਿਸੇ ਵਜ੍ਹਾ ਨਾਲ, ਮਤਲਬ ਉਹਨਾਂ ਦਾ ਵੀ ਕੋਈ ਬਣਾਇਆ ਬਾਹੂ ਪਲੇਨ। ਜਦੋਂ ਤੁਹਾਨੂੰ ਬੱਸ ਚੋਂ ਲੈ ਕੇ ਜਾਂਦੇ ਦਰਬਾਰ ਸਾਹਿਬ ਤੋਂ ਕੱਢ ਕੇ, ਉਹ ਦਰਬਾਰ ਸਾਹਿਬ ਸਰਾਂ 'ਚੋਂ ਕੱਢਿਆ ਸਾਨੂੰ। ਹਾਂਜੀ, ਸਰਾਂ ਦੇ ਵਿੱਚੋਂ। ਉਦੋਂ ਫਿਰ ਅਗਲੇ ਦਿਨ ਸੀ, 5 ਤਰੀਕ ਸੀ, 4 ਤਰੀਕ ਸੀ? ਉਸੇ ਤਰੀਕ ਨੂੰ ਸ਼ਾਮ ਨੂੰ। ਅੱਛਾ, 4 ਤਰੀਕ ਵਾਲੀ ਨਾ, ਦੂਜਾ ਸੀ, 5 ਤਰੀਕ ਸੀ ਭਾਈ ਉੱਤੇ। ਉਹ ਤਰੀਕ ਤਾਂ ਸਾਨੂੰ ਉੱਥੇ ਸਰਾਂ 'ਚ ਲੰਘੀ। ਪਹਿਲੀ ਉਸ ਲੰਘੀ ਮੰਜੀ ਸਾਹਿਬ, ਦੂਜੀ ਸਰਾਂ 'ਚ ਮਤਲਬ ਸਵੇਰੇੋਂ ਸਾਡੇ ਬੱਜੇ ਨਾ ਫਾਇਰਿੰਗਾਂ ਫੂਰੀਆਂ। ਰਾਤ ਨੂੰ 1 ਵਜੇ ਗਰਨੇਡ ਛੱਡਿਆ। 1 ਵਜੇ ਤੋਂ ਬਾਅਦ ਫਿਰ ਦਿਨ ਚੜ੍ਹੇ ਮੇਰੇ ਗੋਲੀ ਵੱਜੀ ਹੈ। ਉਦੋਂ ਬਾਅਦ ਸਾਰਾ ਦਿਨ ਉਹ ਰਿਹਾ 5 ਤਰੀਕ ਵਾਲਾ। 5 ਤਰੀਕ ਨੂੰ ਸਾਨੂੰ ਰਾਤ ਨੂੰ ਉੱਥੋਂ ਚੱਕ ਕੇ 7 ਵਜੇ ਸੀ ਨੂੰ ਮਤਲਬ ਪਹੁੰਚਦੇ ਕਰਿਆ ਉੱਥੇ ਹਸਪਤਾਲ। 6 ਦੀ 3 ਹੋ ਗਈ ਨਾ, ਉੱਥੇ ਰਾਤ ਨੂੰ 12 ਵਜੇ ਬਦਲ ਕੇ ਜਦੋਂ ਸੀ ਨੂੰ ਉੱਥੇ ਪਹੁੰਚੇ ਅਸੀਂ ਵਧੀਆ। ਉਹਨਾਂ ਨੇ ਸਾਡਾ ਕੋਈ ਹਸਪਤਾਲ ਵਾਲਿਆਂ ਨੇ ਪੂਰਾ ਆਓ ਭਗਤ ਕਰਿਆ। ਜਦੋਂ 3 ਦਿਨ ਲੰਘ ਗਏ, ਉਹਦੇ ਵਿੱਚੋਂ 2 ਬੰਦੇ ਭੱਜ ਗਏ ਹਸਪਤਾਲ ਦੇ ਵਿੱਚੋਂ। ਸੀਸੇ ਤੋੜ ਕੇ, ਪਹਿਲਾਂ ਲੈਟਰੀਨ ਵਾਲਾ ਸੀਸਾ ਤੋੜਤਾ, ਮਗਰੋਂ ਇੱਕ ਵੜ ਗਿਆ। ਫਿਰ ਉਹਨਾਂ ਨੂੰ ਦੱਸ ਕੇ ਜਦੋਂ ਰੈਲ ਹੋ ਗਿਆ, ਉਹਨਾਂ ਨੂੰ ਫੌਜ ਨੂੰ ਵੀ ਪਤਾ ਲੱਗ ਗਿਆ ਵੀ ਇਹ ਨਹੀਂ ਬੰਦਾ ਕੋਈ ਇਹੋ ਜਿਹਾ। ਇੱਕ ਪਹਿਲਾਂ ਜਾ ਵੜਿਆ ਬਿਨਾਂ ਪੁੱਛੇ, ਇੱਕ ਨੇ ਮਗਰੋਂ ਇਸ਼ਾਰਾ ਕਰਕੇ ਹੀ ਮੈਂ ਇੱਧਰ ਜਾਣਾ, ਉਹ ਕਹਿੰਦਾ ਜਾ। ਉਹਨਾਂ ਨੇ ਅੰਦਰੋਂ ਕੁੰਡੀ ਲਾ ਲਈ। ਉਹ ਦੋਨੇ ਬੰਦੇ ਉੱਥੋਂ ਦੀ ਬਾਹਰ ਨਿਕਲ ਗਏ। ਮੇਰਾ ਖਿਆਲ ਹੈ ਟਾਈਮ ਹੋਊ 11-12 ਵਜੇ ਦਾ। ਰਾਉਂਡ ਤੇ ਆਏ ਵੀ ਸੀ ਡਾਕਟਰ, ਪੱਟੀਆਂ ਪੁੱਟੀਆਂ ਕਰੀਆਂ, ਖੋਲੀ ਜਾਂਦੇ ਸੀ ਮੂਹਰੇ ਕੰਪਿਊਟਰ। 70 ਬੰਦਿਆਂ ਦੀਆਂ ਪੱਟੀਆਂ ਖੋਲੀਆਂ ਸੀ ਸਾਡੀਆਂ। ਉਧਰੋਂ ਉਹ ਬੰਦੇ ਭੱਜ ਗਏ, ਉਧਰੋਂ ਹੋ ਗਈ ਲਾ 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 ਮੱਚ ਗਈ ਦੁਹਾਈ ਵੀ ਇੰਨੇ ਬੰਦੇ ਕਿੱਧਰ ਗਏ। ਸਾਰੇ ਡਾਕਟਰ ਤਾਂ ਕੱਢਤੇ ਬਾਹਰੇ ਉਹਨਾਂ ਨੇ। ਪਹਿਲਾਂ ਤਾਂ ਆਰਡਰ ਉਹਨੇ ਕਰਿਆ ਵੀ ਇਹਨਾਂ ਨੂੰ ਸਾਰਿਆਂ ਨੂੰ ਮਾਰ ਦਿਓ, ਵੀ ਇਹ ਖਾੜਕੂ ਨੇ ਇਕੱਲੇ ਇਕੱਲੇ ਭੱਜ ਜਾਣਗੇ। ਉਹ ਡਾਕਟਰ ਨਹੀਂ ਕਹਿੰਦੀ ਵੀ ਇਹ ਗੱਲ ਨਹੀਂ ਹੋ ਸਕਦੀ, ਵੀ ਜੇ ਤੁਸੀਂ ਮਾਰਨੇ ਤੇ ਇੱਥੇ ਕੀ ਕਰਨ ਲੈ ਕੇ ਆਏ, ਵੀ ਉੱਥੇ ਇੰਨੀ ਦੁਨੀਆ ਮਾਰਤੀ, ਉੱਥੇ ਹੋਰ ਮਾਰ ਦਿੰਦੇ 4 ਬੰਦਿਆਂ ਨੂੰ, ਵੀ ਅਸੀਂ ਨਹੀਂ ਮਾਰ ਦਿੰਦੇ। ਵੀ ਜੇ ਮਾਰਨੇ ਸਾਡੇ ਕਹਿੰਦੇ ਹਾਂ ਲੈ ਜਾਓ ਸਾਰੇ ਬੰਦਿਆਂ ਨੂੰ ਡਿਸਚਾਰਜ ਕਰਾਓ ਇੱਥੋਂ, ਵੀ ਜਿਹਨਾਂ ਨੂੰ ਬਾਹਰੇ ਲਿਜਾ ਕੇ ਭਾਵੇਂ ਕਿਤੇ ਮਾਰ ਦਿਓ, ਵੀ ਅਸੀਂ ਇੱਥੇ ਹਸਪਤਾਲ 'ਚ ਬੁੱਚੜਖਾਨਾ ਥੋੜ੍ਹਾ ਹੈ। ਉਹ ਚੱਲ ਉੱਥੋਂ ਚੁੱਪ ਚਾਂਦ ਰਹੀ। ਤੇ 70 ਬੰਦਿਆਂ ਸਾਡੇ ਜਿਹੜੀਆਂ ਪੱਟੀਆਂ ਖੁੱਲੀਆਂ, 17 ਦੇ ਕੀੜੇ ਪੈ ਗਏ। 7 ਦਿਨ ਸਾਡੇ ਭਾਈ ਕੀੜੇ ਚੱਲੇ ਉੱਥੇ ਵਧੀਆ। ਐਂ ਸਾਡੇ ਮੰਜੇ ਦੇ ਤੇ ਥੱਲੇ ਫਿਰਦੇ ਅਸੀਂ ਦੇਖਿਆ ਐਡੇ ਐਡੇ ਮੋਟੇ ਕੀੜੇ ਐਂ ਝਾੜੀ ਜਾਂਦੇ, ਵੀ ਅੱਧ ਕੀੜਾ ਆ ਗਿਆ, ਇੱਧਰੋਂ ਸੁੰਡਾ ਆ ਗਿਆ, ਇੱਧਰੋਂ ਆ ਹੋ ਗਿਆ। ਜ਼ਖਮਾਂ ਤੇ ਪੈ ਗਏ ਸੀ? ਜ਼ਖਮਾਂ ਤੇ ਇੱਥੋਂ ਪੈ ਕੇ ਕੀੜੇ ਇੱਥੋਂ ਦੀ ਚੱਲਦੇ ਸੀ, ਵਿੱਚ ਦੀ ਐਂ ਕੁਛ ਇਹਦੇ 'ਚ ਇੱਥੋਂ ਐਂ ਨਿਕਲਦੇ ਸੀ। ਇਹ ਤੁਹਾਡੇ ਇੰਨੇ ਨਿਸ਼ਾਨ ਉੱਥੇ ਗੋਲੇ ਦਾ ਜਿਹੜਾ ਗੋਲੀ ਤਾਂ ਆਹ ਦੀ ਵੱਜੀ ਇੱਥੇ ਟੁਕੜਾ ਗਰਨੇਡ ਦਾ ਵੀ ਵੱਜਿਆ ਵਾ ਸੀ। ਇਹ ਗੋਲੀਆਂ ਦੇ ਮਗਰੋਂ ਪਹਿਲਾਂ 25 ਟੁਕੜੇ ਇਹਦੇ ਗਰਨੇਡ ਦੇ 24 ਵੱਜੇ ਸੀ। ਇਹ ਮਗਰੋਂ ਗੋਲੀ ਤਾਂ ਮਗਰੋਂ ਮਾਰੀ ਆ ਤੁਰੇ ਆਉਂਦੇ ਤੇ ਇਹਦੇ ਵਿੱਚ ਦੀ ਫਿਰ ਕੀੜਿਆਂ ਨੇ ਸ਼ੁਰੂ ਕਰ ਲਿਆ, ਇੱਥੋਂ ਦੀ ਵੀ ਜਾ ਨਿਕਲੇ, ਇੱਥੋਂ ਦੀ ਵੀ ਜਾ ਨਿਕਲੇ, ਇੱਥੋਂ ਦੀ ਵੀ ਜਾ ਨਿਕਲੇ। ਇਹ ਪਏ ਇਹਦੇ 'ਚ ਮਤਲਬ ਪੱਟੀ ਖੋਲੀ ਵੀ ਸੀ।
ਚਲੋ ਕੀੜੇ ਪਿਆਂ ਤੋਂ ਬਾਅਦ 5-7 ਦਿਨ 10 ਦਿਨ 8 ਦਿਨ ਲੰਘੇ ਸਾਡੇ। 8 ਦਿਨਾਂ ਬਾਅਦ ਕੋਈ ਉਹਨਾਂ ਦਾ ਸਮਝੌਤਾ ਹੋਇਆ ਤਾਂ ਸਾਡੇ ਉਸ ਤੋਂ ਬਾਅਦ ਪੱਟੀਆਂ ਕਰੀਆਂ ਉਹਨਾਂ ਨੇ ਆ ਕੇ। 8 ਦਿਨ ਤਾਂ ਜਾਣੀ ਦੀ ਸਾਡੇ ਚੰਗਿਆੜਾਂ ਹੀ ਪਈਆਂ ਲੋਕਾਂ ਦੀਆਂ ਉੱਥੇ 70 ਬੰਦਿਆਂ ਦੀਆਂ, ਮਰ ਗਏ ਬੌੜੀ, ਕਿਉਂ ਜਦੋਂ ਕੀੜੇ ਤੁਰੇ ਫਿਰਦੇ ਸੀ ਵਿੱਚ। 8ਵੇਂ ਦਿਨ ਜਦੋਂ ਅਸੀਂ ਉਹਨਾਂ ਨੇ ਕਰਿਆ ਆਰਾਮਦਾਰੀ ਹੋਈ ਗਈ, ਚਲ ਪੈ ਗਏ ਬੰਦੇ, ਸੌਂ ਗਏ ਜਿਹੜੇ ਜ਼ਿਆਦਾ ਤੜਫਦੇ ਸੀ। ਉਵੇਂ ਜਿਵੇਂ ਜਾਣੀ ਦੀ ਸਾਡੇ ਤੇ ਕਰੜਾਈ ਰੱਖੀ 33 ਦਿਨ। 33ਵੇਂ ਦਿਨ ਜਾ ਕੇ ਫੌਜ ਬਦਲ ਗਈ ਸਾਡੇ ਤੇ। ਫੌਜ ਫਿਰ ਰਾਜਸਥਾਨ ਦੀ ਆ ਗਈ, ਰਾਜਸਥਾਨ ਆ ਗਿਆ, ਕੁਝ ਹਰਿਆਣੇ ਦੇ ਬੰਦੇ ਆ ਗਏ, ਕੁਝ ਰਲਵੇਂ ਮਿਲਵੇਂ ਜੇ ਆ ਗਏ, ਜਿਨ੍ਹਾਂ ਨੂੰ ਅਸੀਂ ਮਤਲਬ ਹਾਂ ਕਹਿੰਦੇ ਸੀ ਵੀ ਹੈਗੇ ਬੰਦੇ ਇਹ। ਉਹ ਸਾਡੇ ਨਾਲ ਹੌਲੀ 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 ਬੋਲਣਾ ਸ਼ੁਰੂ ਹੋ ਗਏ, ਆਪਸ ਵਿੱਚ ਦੀ ਬੋਲਣ ਲੱਗ ਗਏ। ਫਿਰ ਸਾਡੇ ਘਰ ਵਾਲੇ ਇੱਥੋਂ ਗਏ ਬੰਦੇ, ਸਾਡਾ ਡੈਡੀ ਗਿਆ ਤੇ ਇੱਕ ਸਾਡੇ ਘਰਾਂ ਚੋਂ ਚਾਚਾ ਸੀ। 2 ਬੰਦੇ, ਆਮ ਬੰਦਾ ਡਰਦਾ ਹੀ ਨਹੀਂ ਸੀ ਜਾਂਦਾ ਕੋਈ ਉੱਥੇ, ਮਤਲਬ ਜਿਹਦਾ ਤੜਫਦਾ ਸੀ ਉਹੀ ਜਾਂਦਾ ਸੀ। ਜਦੋਂ 33 ਦਿਨਾਂ ਬਾਅਦ ਉਹ ਚੱਲੇ ਫੌਜ, ਫਿਰ ਉਹਨਾਂ ਨਾਲ ਸਾਡੀ ਗੱਲਬਾਤ ਹੋਣ ਲੱਗ ਗਈ ਮਾੜੀ ਮੋਟੀ। ਉਹ ਮੈਨੂੰ ਆ ਕੇ ਦੱਸਣ ਲੱਗ ਗਿਆ ਵੀ ਤੇਰੀ ਭੈਣ ਅੱਜ ਵੀ ਉੱਥੇ ਹੈ, ਅੱਜ ਫਲਾਣੇ ਥਾਵੇਂ ਬਾਗੇ, ਉਹ ਮੁੰਡਾ ਤੇਰਾ ਨਾਲ ਹੈ। ਉਹ ਫਿਰ ਇੱਕ ਦਿਨ ਮੈਨੂੰ ਕਹਿੰਦਾ, ਜੱਗੀ ਕਹਿੰਦਾ ਤੁਸੀਂ ਕਹਿੰਦਾ ਯਾਰ ਕਹਿੰਦਾ ਬਹੁਤ ਘੁੰਮੇ ਹੋ ਗਏ ਬਾਹਰੇ ਗੱਡੀ ਗੁੱਡੀ ਲੈ ਕੇ। ਮੈਂ ਹਾਂ ਸਾਰਾ ਅਸੀਂ ਜਾਂਦੇ ਹੀ ਰਿਹਾ ਮਾੜਾ ਮੋਟਾ। ਕਹਿੰਦਾ ਕਿੱਧਰ ਕਿੱਧਰ ਗਿਆ? ਉਹ ਮੇਰੇ ਮੂੰਹ ਚੋਂ ਜਿਵੇਂ ਕੁਦਰਤੀ ਕੋਈ ਬਣਨੀ ਹੁੰਦੀ ਹੈ ਗੱਲ। ਮੈਂ ਚੌਧਰੀ ਅਸੀਂ ਇੱਥੋਂ ਮੈਂ ਹਰਿਆਣਾ ਹੋ ਕੇ ਕੋਟਪੂਤਲੀ ਚੌਧਰੀ ਨਾਗਲਾ, ਕਹਿੰਦਾ ਮੇਰਾ ਚੌਧਰੀ ਨਾਗਲਾ ਪਿੰਡ ਹੈ, ਗਾਉਂ ਹੈ ਕਹਿੰਦਾ ਮੇਰਾ। ਉਹ ਸੂਬੇਦਾਰ ਮੇਜਰ ਸੀ। ਤਾਂ ਫਿਰ ਉਹਦਾ ਕੁਛ ਜ਼ਿਆਦਾ ਨੇੜਤਾ ਬਣ ਗਈ। ਫਿਰ ਉਹ ਜਿੰਨਾ ਚਿਰ ਡਿਊਟੀ ਕਰਦਾ ਮੇਰੇ ਮੰਜੇ 'ਤੇ ਤਕਰੀਬਨ ਲਵੇ ਕੁਰਸੀ ਰੱਖਦਾ ਸੀ ਉਹ। ਤੇ ਉਹਦੇ ਥੱਲੇ 14-15 ਬੰਦੇ ਫੌਜ ਦੇ ਕਮਾਂਡ ਕਰਦੇ ਸੀ। ਉਹਨੇ ਫਿਰ ਮੈਨੂੰ ਦੱਸਣੀਆਂ, ਕਈ ਵਾਰੀ ਉਹ ਖਾਣ ਖੂਣ ਨੂੰ ਵੀ ਮਾੜਾ ਮੋਟਾ ਭੁਜੀਏ ਭਾਜੀਏ ਦੀ ਮੁੱਠੀ ਲਿਆਉਂਦਾ ਸੀ ਚੋਰੀਆਂ, ਮਤਲਬ ਆਰਡਰ ਤਾਂ ਹੈ ਨਹੀਂ ਸੀ ਕੋਈ ਉਹਨਾਂ ਨੂੰ। ਉਹਨੇ ਮਤਲਬ ਨੇੜਤਾ ਕਰ ਲਈ ਜ਼ਿਆਦਾ। ਫਿਰ ਮੈਨੂੰ ਉਹ ਦੱਸਦਾ ਇੱਕ ਦਿਨ ਰਾਤ ਨੂੰ ਸਾਡੇ ਮੇਰੇ ਕੋਲ ਮੇਰਾ ਖਿਆਲ 1 ਵਜੇ ਬੈਠਾ ਹੋਊ ਤਕਰੀਬਨ। ਕਹਿੰਦਾ ਗੌਰਮੈਂਟ ਨੇ ਕੀ ਪੰਗਾ ਲਿਆ, ਕਹਿੰਦਾ 9300 ਬੰਦਾ ਫੌਜ ਦਾ ਮਰ ਗਿਆ। ਕਹਿੰਦਾ ਜਿਹੜਾ ਇਹਨਾਂ ਨੇ ਸਿਰਫ ਦੱਸਣੇ ਪਤਾ ਨਹੀਂ ਕਿੰਨੇ ਦੱਸੇ, ਮਗਰੋਂ 93 ਬੰਦੇ ਆ ਇਕੱਲੇ। 93 ਬੰਦੇ ਦਾ ਬਿਸਤਰਾ ਬੰਨ੍ਹ ਕੇ ਤੁਰਿਆ ਕਰਨ ਨੂੰ, ਬਾਕੀ ਉੱਥੇ ਵਿੱਚ ਹੀ ਗਾਇਬ ਕਰਤੇ। ਤੇ ਜਿਹੜੇ ਸ਼ਰਧਾਲੂ ਮਰੇ ਸੀ ਨੇ, ਜਿਹੜੇ ਆਏ ਸੀਗੇ, ਜਿਹੜੇ ਸ਼ਰਧਾਲੂ ਮਰੇ, ਸ਼ਰਧਾਲੂ ਤਾਂ ਹੁਣ ਜਿਹੜੇ ਸਾਡੇ ਵਰਗੇ ਨਾਲ ਦੇ ਮਰ ਗਏ, ਉਹਨਾਂ ਦਾ ਮਰੇ ਹੀ ਨਹੀਂ ਉੱਥੇ ਜਦੋਂ ਉਹਨਾਂ ਦੇ ਸਰਟੀਫਿਕੇਟ ਨਹੀਂ ਬਣੇ। ਸਾਡੇ ਜਿੰਨੇ ਬੰਦੇ ਮਰੇ ਆ ਪਿੰਡ ਦੇ 11 ਬੰਦੇ ਮਰੇ ਆ ਸਾਡੇ ਸਾਰੇ ਰਲਾ ਮਿਲਾ ਕੇ, ਕਿਸੇ ਦਾ ਕੋਈ ਸਰਟੀਫਿਕੇਟ ਨਹੀਂ ਬਣਿਆ ਵੀ ਇਹਦੀ ਅੰਮ੍ਰਿਤਸਰ ਮੌਤ ਹੋਈ ਹੈ। ਕਿਸੇ ਦਾ ਕੁਛ ਨਹੀਂ ਬਣਿਆ, ਕਿਸੇ ਨੂੰ ਕੁਛ ਦਿੱਤਾ ਨਹੀਂ ਉਹਨਾਂ ਨੇ। ਇਹਨਾਂ ਨੇ ਆਪਸ ਦੀ ਕੇਰਾਂ 20-20 ਰੁਪਈਆ ਦਿੱਤਾ, 20 ਉੱਤੇ ਲੱਗ ਗਿਆ ਸਾਡਾ। ਕਦੇ ਅੱਜ ਸੰਗਰੂਰ ਆ ਜਾਓ, ਉਦੋਂ ਸੰਗਰੂਰ ਸਾਡਾ ਬਰਨਾਲਾ ਜ਼ਿਲ੍ਹਾ ਹੈ ਨਹੀਂ ਸੀ, ਸੰਗਰੂਰ ਸੀ। ਅੱਜ ਲੁਧਿਆਣੇ ਆ ਜਾਓ, ਅੱਜ ਅੰਮ੍ਰਿਤਸਰ ਆ ਜਾਓ। ਉਦੋਂ ਗੱਡੀ ਕਿਸੇ ਕੋਲ ਹੈ ਨਹੀਂ ਸੀ, ਘਰ ਦੀ ਅਸੀਂ ਸਾਤੋਂ ਗੱਡੀ ਵੀ ਨਾ ਜਾਇਆ ਕੋਈ ਨਹੀਂ ਸੀ ਜਾਂਦਾ। ਤੇ ਅਸੀਂ ਜਦੋਂ ਜਾਣਾ ਬਸ 500-700 ਦੇਣਾ ਕਿਰਾਇਆ, ਜਾਣੀ ਦੀ 20-20 ਦਿੱਤਾ, 20 ਉੱਤੇ ਲੱਗ ਗਿਆ। ਇਹਨਾਂ ਨੇ ਦਿੱਤਾ, ਅੰਮ੍ਰਿਤਸਰ ਵਾਲਿਆਂ ਨੇ ਦਿੱਤਾ 10-10 ਉਦੋਂ ਭਾਈ। ਇਹ 10-10 ਦੇ ਉੱਤੇ 10-10 ਹੀ ਇਹਨਾਂ ਨੇ ਲਵਾਤਾ। ਅੱਜ ਮਹਿਲੀ ਆ ਜਾਓ ਉੱਥੇ ਚੈੱਕ ਦੇਵਾਂਗੇ, ਅੱਜ ਫਲਾਣੇ ਥਾਵੇਂ ਆ ਜਾਓ ਉੱਥੇ ਚੈੱਕ ਦੇਵਾਂਗੇ, ਅੱਜ ਉਹ ਕਰਾਂਗੇ ਵੋ ਕਰਾਂਗੇ, ਦੇਣਾ ਬਸ ਮਹਿਲੀ ਇਹਨਾਂ ਨੇ ਚੈੱਕ ਫਿਰ ਸਾਨੂੰ 10-10 ਦੇ ਦਿੱਤੇ। ਕੋਈ ਸਰਟੀਫਿਕੇਟ ਮਤਲਬ ਹੁਣ ਤਾਂ ਹੀ ਅਸੀਂ 50-50 ਰੁਪਈਆ ਲਾ ਚੁੱਕੇ ਇਹਨਾਂ ਦੇ, ਮਤਲਬ ਮਾਂ ਦੇ 9 ਬੱਚਿਆਂ ਦੀ ਦੇ 5-7 ਜ਼ਮੀਨ ਦੀਆਂ ਕਨਾਲਾਂ ਸੀ, ਉਹਨਾਂ ਦੇ ਲਵਾਉਣੀਆਂ ਸੀ 9 ਦੇ ਪਿੰਡ। ਕੋਈ ਜਾਣੀ ਦੀ ਸਰਟੀਫਿਕੇਟ ਨਹੀਂ ਬਣਿਆ ਸਾਡਾ। ਐਸਡੀਐਮ ਨੇ ਸਿਰਫ ਲਿਖ ਕੇ ਦਿੱਤਾ ਉੱਥੇ ਮਾਨਸਾ ਵੀ ਇਹ ਜ਼ਮੀਨ ਕਰਾ ਸਕਦੇ ਆ। ਉਹ ਮੁੰਡੇ ਦੇ ਨਾਂ ਲੱਗੀ, ਉਹਦੀ ਮਾਂ ਦੇ ਟੁੱਟ ਕੇ ਮੁੰਡੇ ਨੇ ਅਗਾਂਹ ਆਪਦੇ ਮਾਮਿਆਂ ਦੇ ਮੁੰਡਿਆਂ ਦੇ ਨਾਂ ਕਰਾਈ। ਤਾਂ ਉਹ ਵੀ ਮਤਲਬ ਅਸੀਂ ਆਪਦੇ ਪੈਸੇ ਲਾ ਕੇ ਉੱਥੇ ਭੌਂਕੇ 50 ਗੇੜੇ ਸਾਡੇ ਘੱਟੋ ਘੱਟ ਉੱਥੇ ਅੰਮ੍ਰਿਤਸਰ ਦੇ ਲਾਗੇ। ਕਦੇ ਨਗਰ ਕੌਂਸਲ ਵਗ ਜਾਓ, ਕਦੇ ਦਰਬਾਰ ਸਾਹਿਬ ਵਗ ਜਾਓ, ਕਦੇ ਸਮੁੰਦਰੀ ਹਾਲ ਵਗ ਜਾਓ, ਕਦੇ ਉੱਥੇ ਵਗ ਜਾਓ। ਕਿਸੇ ਨੇ ਜਾਣ ਦੀ ਕੋਈ ਸਾਡੀ ਕੋਈ ਖਾਸ ਸੁਣਵਾਈ ਹੋਈ ਨਹੀਂ। ਅਸੀਂ ਇੱਥੋਂ ਇਹਦੇ ਕੋਲੇ ਵੀ ਗਏ, ਆਪਣਾ ਸਾਡੇ ਇੱਥੇ ECPC ਦਾ ਕੀ ਕਹਿੰਦੇ ਹੁੰਦੇ ਉਹਨੂੰ ਤੁਸੀਂ, ਮੈਂਬਰ, ਹਾਂ, ਉਹਨੇ ਵੀ ਕੋਈ ਨਹੀਂ ਬਣਿਆ। ਫਿਰ ਸਾਡੇ ਬਰਨਾਲੇ ਉਹ ਪਰਮਜੀਤ ਸੀ, ਉਹਦੇ ਕੋਲ ਅਸੀਂ 5-7 ਗੇੜੇ ਲਾਏ, ਉਹਨੇ ਵੀ ਕੋਈ ਸਾਨੂੰ ਰਾਹ ਹੀ ਨਹੀਂ ਪਾਈ ਗੱਲ। ਫਿਰ ਸਾਡੇ ਤੇ CM ਆਇਆ ਸੁਖਬੀਰ ਬਾਦਲ, ਉਹਨੂੰ ਸਾਡੇ ਬੰਦੇ ਦਾ ਕਹਿੰਦੇ ਵੀ ਤੈਂ ਮਿਲਣਾ ਨਹੀਂ। ਮੈਂ ਮਿਲੂੰਗਾ, ਮੈਨੂੰ ਕੌਣ ਰੋਕਣ ਵਾਲਾ। ਮੈਂ ਉਹਨੂੰ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਲਵੇ ਜਾ ਕੇ। ਕਹਿੰਦਾ ਦੱਸੋ। ਮੈਂ ਐਂ ਕਰਕੇ ਸਾਡੇ ਅੰਮ੍ਰਿਤਸਰ ਇੰਨੀਆਂ ਮੌਤਾਂ ਹੋਈਆਂ, ਸਾਡਾ ਕੋਈ ਸਰਟੀਫਿਕੇਟ ਨਹੀਂ ਬਣਿਆ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲੇ ਸੀ? ਹਾਂ, ਖੁਦ ਉੱਥੇ ਸਾਡੇ ਸਕੂਲ 'ਚ ਆਇਆ ਸੀ ਭਾਈ। ਤੇ ਸਾਡੇ ਜਦੋਂ ਉਹ ਆਇਆ ਤਾਂ ਮੈਂ ਕਿਹਾ ਉਹਨੂੰ, ਉਹ ਕਹਿੰਦਾ ਕੋਈ ਨਾ, ਮੈਂ DC ਨੂੰ ਕਹਿੰਦਾ ਸੁਣ ਲਓ ਗੱਲ, ਕਹਿੰਦਾ ਬਣਾ ਦਿਓ। ਕਹਿੰਦਾ ਜੀ ਬਣਾ ਦਿਆਂਗੇ। ਜਦੋਂ ਅਸੀਂ DC ਕੋਲੇ ਗਏ 5-7 ਦਿਨ ਲੱਗ ਗਏ ਸਾਨੂੰ, ਛੁੱਟੀਆਂ ਆ ਗਈਆਂ ਵਿੱਚ।
ਉਹ ਕਹਿੰਦਾ ਤੁਸੀਂ 32 ਸਾਲ ਹੋ ਗਏ, ਹੁਣ ਤਾਂ ਛੁੱਤੀ ਪਏ ਤੀ, ਹੁਣ ਕਿਵੇਂ ਬਣ ਜਾਣਗੇ ਇਹ, ਫਲਾਨਾ ਹੋ ਗਿਆ ਤਿਉਂਕਾ ਹੋ ਗਿਆ, ਹਰ ਕੇ ਮੁੜੇ ਭਾਈ ਉੱਥੋਂ। ਕੋਈ ਸਰਟੀਫਿਕੇਟ ਨਹੀਂ ਬਣਿਆ ਸਾਡਾ, ਕੁਝ ਨਹੀਂ ਬਣਿਆ ਕੋਈ। ਮਤਲਬ ਚਲ ਅਸੀਂ ਤਾਂ ਪੈਸਿਆਂ ਨੂੰ ਤਾਂ ਕਹਿੰਦੇ ਸਾਡੇ ਮਾਰਨ ਗੋਲੀ, ਸਾਡਾ ਨਾਂ ਤਾਂ ਹੈਗਾ ਨਾ, ਮਤਲਬ ਮਰੇ ਬੰਦਿਆਂ 'ਚ ਸਾਡਾ ਨਾਂ ਤਾਂ ਹੈਗਾ ਨਾ, ਵੀ ਸ਼ਹੀਦੀ ਲਾ ਲਓ ਚਾਹੇ ਕੁਛ ਲਾ ਲਓ, ਚਾਹੇ ਅਸੀਂ ਕਿਵੇਂ ਵੀ ਗਏ ਸੀ ਉੱਥੇ, ਅਕਸਰ ਮੌਤ ਤਾਂ ਸਾਡੀ ਉਹਦੇ ਵਿੱਚ ਹੋਈ ਆ ਨਾ। ਸਾਡਾ ਕੋਈ ਸਬੂਤ ਹੈਗਾ ਜਦੋਂ ਮੈਂ ਮਰ ਗਿਆ ਉਦੋਂ ਬਾਅਦ ਮੇਰੇ ਕੋਲ ਸਬੂਤ ਹੈਗਾ ਕੋਈ, ਵੀ ਜਾਂ ਮੇਰੇ ਘਰ ਵਾਲੀ ਮਰੀ ਉੱਥੇ, ਜਾਂ ਸਾਡੇ ਸੱਟਾਂ ਵੱਜੀਆਂ ਇੰਨੀਆਂ, ਸਾਡਾ ਉਹ ਹੋਇਆ, ਸਾਨੂੰ ਕੋਈ ਸਬੂਤ ਨਹੀਂ ਮਿਲਿਆ। ਉਦੋਂ ਬਾਅਦ ਜਦੋਂ ਅਸੀਂ ਘਰੇ ਆ ਗਏ, ਇਹ ਪੁੱਛਣ ਲੱਗੀ ਸੀ ਮੈਂ ਤੁਹਾਨੂੰ ਕਿ ਉੱਥੋਂ ਹਸਪਤਾਲ ਤੋਂ ਜਦੋਂ ਛੁੱਟੀ ਹੁੰਦੀ ਹੈ ਕੌਣ ਲੈ ਕੇ ਆਉਂਦਾ, ਫਿਰ ਪਿੰਡ ਕਿੱਦਾਂ ਆਉਣਾ ਹੁੰਦਾ ਤੁਹਾਡਾ ਇੱਥੇ? ਪਿੰਡ ਭਾਈ ਉੱਥੋਂ ਸਾਨੂੰ ਫਿਰ ਸਾਡਾ ਪਿਓ ਗਿਆ, ਇੱਕ ਦੋ ਬੰਦੇ ਹੋਰ ਗਏ ਨਾਲ। ਜਦੋਂ ਸਾਨੂੰ ਉੱਥੇ ਜ਼ਮਾਨਤ ਤੇ ਛੱਡਿਆ, ਸਾਡੇ ਪਹਿਲਾਂ ਐਂ ਲਵਾਏ ਹੱਥ, ਫਿਰ ਐਂ ਲਵਾਏ, ਫਿਰ ਸਾਡੇ ਪੈਰਾਂ ਦੇ ਐਂ ਲਵਾਏ, ਉੱਤੇ ਪੰਜੇ ਕਰ ਸਾਰਾ ਕੁਛ ਕਰ ਸਾਨੂੰ ਜਦੋਂ ਜ਼ਮਾਨਤ ਤੇ ਛੱਡਿਆ, ਵੀ ਹਾਂ ਜ਼ਮਾਨਤ ਤੇ ਛੱਡਿਆ, ਵੀ ਇਹ ਕਸੂਰ ਦੀ ਤਾਂ ਆ ਗਏ ਇੱਥੇ, ਵੀ ਇਹ ਐਂ ਕਰਦੇ ਸੀ, ਵਾਹ ਕਰਦੇ ਸੀ। ਫਿਰ ਸਾਨੂੰ ਰਾਹ 'ਚੋਂ ਇਹ ਲੈ ਕੇ ਆਏ, ਉੱਥੋਂ ਗੱਡੀ ਕਰਾਈ ਇਹਨਾਂ ਨੇ, ਗੱਡੀ ਕਰਾ ਕੇ ਸਾਨੂੰ ਘਰੇ ਲਿਆਏ। ਘਰੇ ਮੈਂ 2 ਦਿਨ ਰਿਹਾ, 2 ਦਿਨਾਂ ਬਾਅਦ ਉਦੋਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ, ਫਿਰ ਇੱਕ ਦਿਨ ਤਾਂ ਬਾਦਲ ਆਇਆ ਆਪ ਖੁਦ, ਉਦੋਂ ਵੱਡਾ ਬਾਦਲ ਸੀ, ਉਹ 2 ਮਿੰਟ ਉਹਨੇ ਘਰੇ ਮੋਨ ਧਾਰ ਲਿਆ ਕੇ, ਵੀ ਮੋਨ ਧਾਰਦਿਆਂ ਵੀ ਉਹ ਕਰਦਿਆਂ ਮੰਜੇ ਕੋਲੇ ਬੈਠਿਆ। 2 ਮਿੰਟਾਂ ਬਾਅਦ ਮੇਰਾ ਖਿਆਲ ਚਲੋ ਹੋ ਗਈ, ਵੀ ਚਲੋ ਅੰਦਰਲੇ ਘਰੇ ਰਹਿੰਦੇ ਹੁੰਦੇ ਅਸੀਂ ਉਦੋਂ ਬਾਅਦ ਸਰਜੀਤ ਸਿੰਘ ਬਰਨਾਲਾ ਆਇਆ, 2 ਮਿੰਟ ਹੀ ਇਹਨੇ ਲਾਇਆ ਬਸ। ਆਹੀ ਬੰਦੇ ਲੀਡਰ ਆਏ ਨੇ ਸਾਡੇ ਕੋਲੇ, ਬਾਕੀ ਤਾਂ ਅਸੀਂ ਸੁਖਬੀਰ ਬਾਦਲ ਕੋਲ ਤਾਂ ਆਪ ਚੱਲ ਕੇ ਗਏ। ਫਿਰ ਕੋਈ ਜਾਣੀ ਮਤਲਬ ਭਾਈ ਸਾਡੀ ਕੋਈ ਸੁਣਵਾਈ ਹੋਈ ਨਹੀਂ, ਮਤਲਬ ਐਂ ਲਾ ਲਓ ਵੀ ਅਸੀਂ ਤਾਂ ਨਾ ਗਈ ਮੰਨੂ ਉੱਥੇ। ਫਿਰ ਜਦੋਂ ਤੁਹਾਡੇ ਬੇਟੇ ਨੂੰ ਤੁਸੀਂ ਕਦੋਂ ਮਿਲਦੇ ਹੋ? ਪੌਣੇ ਕੁ 2 ਸਾਲ ਦਾ ਸੀ, ਉਹਨੂੰ ਕੌਣ ਲੈ ਕੇ ਆਉਂਦਾ ਉੱਥੋਂ? ਬੇਟੇ ਨੂੰ ਭਾਈ ਅਸੀਂ ਕੀ ਮਿਲਿਆ, ਪਹਿਲਾਂ ਤਾਂ ਉਹ ਮਾਂ ਦੇ ਗਰਭ 'ਚ ਆਪਦੀ ਜੇਲ੍ਹ ਰਿਹਾ, ਫਿਰ ਉਦੋਂ ਬਾਅਦ ਗੌਰਮੈਂਟ ਨੇ ਲੁਧਿਆਣੇ ਜੇਲ੍ਹ ਕਰਤੀ ਉਹਨੂੰ, 4 ਮਹੀਨੇ ਲੁਧਿਆਣੇ, 4.5 ਮਹੀਨੇ ਰਿਹਾ ਜੇਲ੍ਹ 'ਚ। ਕਾਰਨ ਕੀ ਰਿਹਾ ਜੇਲ੍ਹ 'ਚ ਰਹਿਣ ਦਾ? ਕਾਰਨ ਬਸ ਉੱਥੋਂ ਵੀ ਜ਼ਮਾਨਤ ਕਰਕੇ ਉਹਨੂੰ ਜੇਲ੍ਹ ਕਰਤੀ। ਸਾਡੇ ਬਾਕੀ ਬੰਦੇ ਜਿਹੜੇ ਸੀ ਉਹ ਸੰਗਰੂਰ ਆ ਗਏ, ਸੰਗਰੂਰ ਜੇਲ੍ਹ ਕਰਤੀ ਉਹਨਾਂ ਨੂੰ। ਕੁਝ ਬੰਦਿਆਂ ਨੂੰ ਸਾਡੇ ਪਟਿਆਲੇ ਜਿਹੜੇ ਦਰਬਾਰ ਸਾਹਿਬ ਤੋਂ ਵਾਪਸ ਆਉਂਦੇ ਹਮਲੇ ਤੋਂ, ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ? ਆਉਂਦਿਆਂ ਨੂੰ ਜੇਲ੍ਹ ਹੋਈ ਆ। ਕਿਉਂ? ਕਾਰਨ ਕੀ ਰਹਿੰਦਾ ਜੇਲ੍ਹ ਹੋਣ ਦਾ? ਕਾਰਨ ਭਾਈ ਜੇ ਇੰਨਾ ਪੁੱਛਣ ਵਾਲਾ ਹੋਵੇ ਫਿਰ ਗੋਲੀ ਕਿਵੇਂ ਮਾਰਦੇ, ਫਿਰ ਤਾਂ ਉੱਥੇ ਹੀ ਪੁੱਛ ਲੈਂਦੇ ਉਹਨਾਂ ਨੂੰ ਅਸੀਂ ਵੀ ਇਹ ਕਿਉਂ ਮਾਰੀ ਹੈ। ਉਹ ਤਾਂ ਪੁੱਛਣ ਦੇ ਤਾਂ ਆਰਡਰ ਹੀ ਨਹੀਂ ਹੈਗੇ, ਕਿਸੇ ਨੂੰ ਬੋਲਣ ਦਾ ਤਾਂ ਆਰਡਰ ਹੀ ਨਹੀਂ ਹੈਗੇ, ਖਾੜਕੂ ਕਹਿ ਕੇ ਗੋਲੀ ਮਾਰਦੇ ਸੀ। ਤੂੰ 4 ਮਹੀਨੇ ਦੇ ਉਹ ਛੋਟਾ ਬੱਚੇ ਨੇ ਵੀ ਜੇਲ੍ਹ 4 ਮਹੀਨੇ ਜੇਲ੍ਹ ਕੱਟੀ ਆ, ਨਾਲ ਭੈਣ ਸਾਡੀ 13 ਸਾਲਾਂ ਦੀ ਨਾਲ ਸੀ ਉਦੋਂ। ਤੇ ਇਹ ਤਾਂ ਘਰੇ ਆ ਕੇ ਵੀ ਜਦੋਂ ਐ ਆਥਣ ਹੋਣਾ, ਉਦੋਂ ਇਹਨੇ ਕਹਿਣਾ ਬਾਹਰ ਕਰ ਦਿਓ ਬੰਦ ਜੀ, ਆਹ ਟਾਈਮ ਹੋ ਗਿਆ, 6 ਵੱਜ ਗਏ, 6 ਵਜੇ ਅੰਦਰ ਕਰਦੇ ਆ ਜੇਲ੍ਹ ਵਾਲਿਆਂ ਨੂੰ। ਬਸ ਇਹਨੇ ਉਦੋਂ ਇਹ ਗੱਲ ਬੋਲਣੀ, ਉਦੋਂ ਦੀ ਮਤਲਬ ਇਹਦੀ ਫੋਟੋ ਵੀ ਹੈਗੀ ਸੀ ਛੋਟੀ, ਖਰ ਬਾਅਦ ਹੋਊ ਤਾਂ ਮੇਰਾ ਖਿਆਲ ਉਦੋਂ ਇਹ ਉੱਥੇ 4 ਮਹੀਨੇ ਜੇਲ੍ਹ 'ਚ ਕੱਟ ਕੇ ਆਇਆ। ਉਹ ਹਰਬੰਸ ਕੌਰ ਦੀ ਸੱਸ ਹੈ ਜਿਹੜੀ, ਜਿਹਦੇ 4 ਮਰੇ ਆ, ਉਹ ਸੱਸ ਵੀ ਉਹਦੀ 80 ਸਾਲ ਦੀ ਬੁੱਢੀ ਸੀ ਉਦੋਂ, ਉਹ ਵੀ 4 ਮਹੀਨੇ ਜੇਲ੍ਹ 'ਚ ਕੱਟ ਕੇ ਆਈ ਹੈ। ਨਾਲ ਉਹਦੀ ਦੋਹਤ ਨੂੰ ਦੇ ਘਰ ਵਾਲਾ ਮਰ ਗਿਆ ਉੱਥੇ ਫੌਜ 'ਚ ਤੀ, ਉਹ ਵੀ ਮਰ ਗਿਆ, ਉਹਨੇ ਵੀ 4 ਮਹੀਨੇ ਜੇਲ੍ਹ ਕੱਟੀ ਆ ਉੱਥੇ। ਇਕੱਲੇ ਅਸੀਂ ਨਹੀਂ ਕੱਟੀ, ਜਿੰਨੇ ਬੰਦੇ ਦੀ ਕੋਈ ਪਟਿਆਲੇ ਤੋਰਤਾ ਜੇਲ੍ਹ 'ਚ, ਕੋਈ ਸੰਗਰੂਰ ਤੋਰਤਾ, ਕੋਈ ਸਾਡੇ ਵਰਗੇ ਮਤਲਬ ਹਸਪਤਾਲ 'ਚ ਹੀ ਜੇਲ੍ਹ ਹੋ ਗਈ ਉਹਨਾਂ ਨੂੰ। ਉਹ ਖੁਸ਼ੀ, ਉਹ ਚਾਅ ਜਿਹੜਾ ਤੁਸੀਂ ਇੱਥੋਂ ਲੈ ਕੇ ਗਏ ਸੀ ਕਿ ਦਰਬਾਰ ਸਾਹਿਬ ਜਾਣਾ, ਗੁਰੂ ਪਾਤਸ਼ਾਹ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮਿਲਣ ਜਾਣਾ, ਉਹ ਦਿਹਾੜਾ ਮਨਾਇਆ ਜਾ ਰਿਹਾ ਸੀ, ਤਾਂ ਇੱਕਦਮ ਤੁਹਾਨੂੰ ਪਤਾ ਨਹੀਂ ਸੀ ਕਿ ਇੰਨਾ ਕੁਝ ਬਦਲ ਜਾਏਗਾ। ਕੁਝ ਕੁ ਦਿਨਾਂ ਦੇ ਵਿੱਚ ਕੁਝ ਪਰਿਵਾਰ ਦੇ ਮੈਂਬਰ ਗਵਾਚ ਜਾਣਗੇ, ਕੁਝ ਜੇਲ੍ਹਾਂ ਦੇ ਵਿੱਚ ਸਜ਼ਾ ਭੁਗਤ ਕੇ ਆਉਣਗੇ, ਤੁਹਾਨੂੰ ਜਿਹੜੇ ਜ਼ਖਮ ਅੱਜ ਤੱਕ ਸਾਹਮਣੇ ਅੱਖਾਂ ਦੇ ਆਉਂਦੇ ਨੇ ਤੇ ਅੱਜ ਵੀ ਦਰਦ ਦਿੰਦੇ ਨੇ, ਇਹ ਬਹੁਤ ਇੱਕਦਮ ਹੀ ਬਦਲ ਗਿਆ ਸਭ ਕੁਝ। ਇਹ ਤਾਂ ਭਾਈ ਪਹਿਲਾਂ ਤਾਂ ਇਹ ਗੱਲ ਤਾਂ ਪਤਾ ਹੀ ਨਹੀਂ ਸੀ ਵੀ ਆਹ ਕੁਛ ਹੋਊਗਾ ਉੱਥੇ। ਜੇ ਇੰਨਾ ਪਤਾ ਹੁੰਦਾ ਫਿਰ ਤਾਂ ਜਾਂਦਾ ਹੀ ਕੌਣ ਉੱਥੇ, ਫਿਰ ਤਾਂ ਉੱਥੇ ਇੰਨੀ ਭੀੜ ਵੀ ਨਹੀਂ ਸੀ ਹੋਣੀ। ਚਲੋ ਹੁਣ ਤਾਂ ਇਹ ਕਹੀ ਜਾਂਦੇ ਆ ਵੀ ਉੱਥੇ ਭਿੰਡਰਾਂ ਵਾਲਾ ਸੀ, ਉਹ ਫਲਾਨਾ ਸੀ ਉੱਥੇ, ਜਿਹੜਾ ਹੁਣ ਮੁਕਤਸਰ ਕਹੀਏ, ਮੁਕਤਸਰ ਕਿਹੜਾ ਭਿੰਡਰਾਂ ਵਾਲਾ ਸੀ? ਜਾਂ ਪਟਿਆਲੇ ਤੇ ਗੋਲੀ ਚੱਲੀ, ਉੱਥੇ ਜੈਤੋ ਚੱਲੀ ਗੋਲੀ, ਉੱਥੇ ਕਿਹੜਾ ਭਿੰਡਰਾਂ ਵਾਲਾ ਸੀ? ਜੇ ਹੁਣ ਭਿੰਡਰਾਂ ਵਾਲੇ ਦਾ ਨਾਂ ਬਦਨਾਮ ਆ ਤਾਂ ਸਿਰਫ ਇਹਨਾਂ ਦੀ ਐਂ ਤੀ ਸਾਸਤ ਤਾਂ ਵੀ ਪੱਗ ਖਤਮ ਕਰ ਦਿਆਂਗੇ ਆਪਾਂ। ਉਹ ਪੱਗ ਐ ਹੁਣ ਖਤਮ ਕਿੱਥੇ ਹੁੰਦੀ ਹੈ? ਪੱਗ ਤਾਂ ਪਹਿਲਾਂ ਨਹੀਂ ਖਤਮ ਹੋਈ, ਅੱਜ ਤਾਈਂ 300 ਸਾਲ ਹੋ ਗਏ ਗੁਰੂ ਗੋਬਿੰਦ ਸਿੰਘ ਨੂੰ, 400 ਸਾਲ ਹੋ ਗਿਆ, ਇਹ ਨਹੀਂ ਪਤਾ ਆਪਾਂ ਤਾਂ ਐਡਾ ਇਤਿਹਾਸ ਵੀ ਨਹੀਂ ਪੜ੍ਹੇ ਵੀ ਉਹਨਾਂ ਤੋਂ ਉਦੋਂ ਨਹੀਂ ਪੱਗ ਖਤਮ ਹੋਈ, ਹੁਣ ਪੱਗ ਇੱਕਦਮ ਕਿਵੇਂ ਖਤਮ ਹੋ ਜੂ? ਇਹ ਚਾਸਤਾਂ ਦੀ ਗੌਰਮੈਂਟ ਦੀਆਂ ਡੋਡੀ ਪਈ। ਦੇਖੋ ਜਿਹੜਾ ਹੁਣ ਕਰਿਆ ਉਹਨੇ, ਚਲੋ 5-4 ਮਹੀਨੇ ਬਾਅਦ ਉਹ ਵੀ ਰਾਮ ਕਹੇਗੀ। ਤੁਹਾਡੇ ਜਦੋਂ ਗ੍ਰਨੇਡ ਦੇ ਲੱਗੇ ਸੀਗੇ ਤੇ ਉਸ ਤੋਂ ਬਾਅਦ ਕਿੰਨੇ ਆਪਰੇਸ਼ਨ ਹੋ ਚੁੱਕੇ ਹੁਣ ਤੁਹਾਡੇ ਹੁਣ ਤੱਕ? ਇਹਦੇ 'ਚ ਤਾਂ ਹੋ ਗਏ ਭਾਈ ਮੇਰੇ 4 ਹੋ ਗਏ, ਬਾਕੀ 4 ਮੇਰੇ ਮਗਰੋਂ ਢੂਹੀ ਦੇ ਹੋ ਗਏ,
ਜਿਹੜਾ ਉਦੋਂ ਰੌਣੇ ਵੱਜੇ ਦੀ ਮਗਰੋਂ ਰੌਣੇ ਵਾਲਾ ਥਾਂ ਪਟ ਉੱਠਿਆ। ਤੇ ਊਂ ਤਾਂ ਭਾਈ 11 ਹੋ ਗਏ, 2 ਅੱਖਾਂ ਦੇ ਹੋ ਗਏ, ਇੱਕ ਆ ਬਾਂਹ ਦਾ ਹੋ ਗਿਆ, ਦੋਨੇ ਅੱਖਾਂ 'ਚ ਕਾਲਾ ਮੋਤੀਆ ਹੋ ਗਿਆ। ਕਾਲੇ ਮੋਤੀਏ ਦੇ ਕਾਰਨ ਦੋਨੇ ਆਪਰੇਸ਼ਨ ਹੋ ਗਏ। ਤੀਜਾ ਬਾਂਹ 'ਚ ਐਡਾ ਵੱਜਿਆ ਦੀ ਕੁਛ ਉਹਨਾਂ ਹਜੇ ਵੀ ਆ ਵੱਡੀ ਮੋੜੀ ਪਈ ਆ ਇੱਥੇ, ਇਹ ਵੀ ਉੱਠ ਖੜਿਆ, ਇਹਦਾ ਆਪਰੇਸ਼ਨ ਹੋਇਆ। ਜਾਣੀ 11 ਆਪਰੇਸ਼ਨ ਹੋ ਗਏ ਸਾਰੇ। ਉਹ ਜਦੋਂ ਫਿਰ ਬਹੁਤ ਸਾਰਾ ਪੈਸਾ ਵੀ ਲੱਗ ਜਾਂਦਾ ਹੈ, ਉਦੋਂ ਹਾਲਾਤ ਵੀ ਘਰ ਦੇ ਨੇ ਸਹੀ ਨਹੀਂ ਸੀਗੇ, ਕਿਉਂਕਿ ਉਹ ਸਮਾਂ ਇਵੇਂ ਮਿਹਨਤਾਂ ਵਾਲਾ ਸਮਾਂ ਸੀਗਾ। ਕਿਉਂਕਿ ਅੱਜ ਤਾਂ ਬਹੁਤ ਜ਼ਮਾਨਾ ਐਡਵਾਂਸ ਹੋ ਗਿਆ, ਹਰ ਚੀਜ਼ ਤੁਹਾਨੂੰ ਘਰੇ ਬੈਠੇ ਬਿਠਾਇਆ ਆ ਜਾਂਦੀ ਹੈ, ਖਾਣ ਪੀਣ ਨੂੰ ਆਰਡਰ ਕਰੀਏ ਤਾਂ ਘਰ ਆ ਜਾਂਦਾ। ਉਹ ਸਮਾਂ ਸੀ ਕਿ ਆਪਾਂ ਹੱਥੀਂ ਕਮਾਈਆਂ ਕਰਕੇ ਆਪ ਖਾਂਦੇ ਬਣਾਉਂਦੇ ਸੀਗੇ, ਤੇ ਉਦੋਂ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਸੀ, ਪਰ ਇੰਨਾ ਪੈਸਾ ਲੱਗ ਗਿਆ, ਤੁਹਾਡੇ ਤੇ ਬਹੁਤ ਪੈਸਾ ਖਰਚ ਹੋਇਆ ਹੈ, ਤੇ ਫਿਰ ਮਾਲੀ ਸਹਾਇਤਾ ਕਿਤੋਂ ਵੀ ਨਹੀਂ ਮਿਲੀ। ਮਾਲੀ ਸਹਾਇਤਾ ਤਾਂ ਕੀ ਮਿਲਣੀ ਆ ਭਾਈ, ਫਿਰ ਆਪਦੀ ਜਾਇਦਾਦ ਵੇਚੀ, ਵਿੱਚੋਂ 5-4 ਕਿੱਲੇ ਜ਼ਮੀਨ ਵੇਚੀ। ਤਾਂ ਉਦੋਂ ਟਾਈਮ ਇਹੋ ਜਿਹਾ ਸੀ, 5-7 ਹਜ਼ਾਰ ਦਾ ਕਿੱਲਾ ਜ਼ਮੀਨ ਦਾ ਵਿਕਦਾ ਹੁੰਦਾ ਰੁਪਈਆ, ਉਹ ਟਮਿਆਂ 'ਚ 50,000 ਲੱਗ ਗਿਆ। ਉਦੋਂ ਕੁਛ ਬਰਨਾਲੇ ਲੱਗ ਗਏ, ਕੁਛ ਮਲੇਰਕੋਟਲੇ ਲੱਗ ਗਏ। ਤੇ ਬਾਕੀ ਉੱਥੇ ਤਾਂ ਤੁਹਾਨੂੰ ਪਤਾ ਵੀ ਜਦੋਂ ਹੁਣ ਭਾੜਾ ਕਿਰਾਇਆ ਕਰਾਉਣਾ, ਗੱਡੀ ਕਰਾਉਣ ਤੇ ਜਾਂਦਾ ਸੀ 500-400 'ਚ ਗੱਡੀ ਉਦੋਂ ਜਾਂਦੀ ਹੁੰਦੀ, 500-400 ਤਾਂ ਬਣਦੇ ਹੀ ਨਹੀਂ ਸੀ ਕਿਤੋਂ ਉਦੋਂ। ਫਿਰ ਜਦੋਂ ਮਤਲਬ ਕੋਈ ਬੰਦੇ ਜਿਹੜਾ ਹੁਣ ਘਰ ਦਾ ਪਰਿਵਾਰ ਬੈਠਾ ਹੈ, ਆਪਣਾ ਕੋਈ ਵੀ ਬੱਚਾ ਬੱਚੀ ਬੈਠੀ ਹੈ, ਫਿਰ ਘਰਦਿਆਂ ਨੂੰ ਤਾਂ ਦੁੱਖ ਹੁੰਦਾ ਹੀ ਆ, ਉਹਨਾਂ ਨੂੰ ਪਹੁੰਚਣਾ ਪੈਂਦਾ ਉੱਥੇ। ਇਹਨਾਂ ਨੇ 5-7 ਗੇੜੇ ਸਾਡੇ ਲਾਏ, ਸਾਡਾ ਪਿਓ ਨੇ, ਉਹਦੇ ਗੱਡੀ ਕਰਾਈ ਤੋਂ ਬਿਨਾਂ ਤਾਂ ਉਹ ਵੀ ਨਹੀਂ ਜਾਂਦੇ। 4 ਬੰਦੇ ਨਾਲ ਜਾਣੇ, ਸਰਪੰਚ ਲੈ ਲਿਆ, ਮੈਂਬਰ ਲੈ ਲਿਆ, ਮੋਹਤਬਾਰ ਪਿੰਡ ਦਾ ਕੋਈ ਹੋਰ ਲੈ ਲਿਆ, 5-4 ਬੰਦਿਆਂ ਨੇ ਜਾਣਾ। ਉਦੋਂ ਵੀ ਬਹੁਤ ਰਾਹ 'ਚ ਡਰਦਾ ਹਰੇਕ ਬੰਦਾ ਜਾਂਦਾ ਨਹੀਂ ਸੀ। ਥਾਂ ਦਾ 2 ਮਹੀਨੇ ਦਾ ਦਰਬਾਰ ਸਾਹਿਬ ਉਹੀ ਬੰਦ ਰਿਹਾ ਭਾਈ ਉਦੋਂ, ਮੈਨੂੰ ਲੱਗਦਾ। ਕੋਈ ਜਿਹੜਾ ਤੁਸੀਂ ਟਰੱਕ ਲੈ ਕੇ ਗਏ ਸੀ, ਉਹ ਟਰੱਕ ਕਿੱਥੇ ਸੀ? ਉੱਥੇ ਰਹਿ ਗਿਆ ਹੈ, ਵਾਪਸ ਲੈ ਆਪਣੇ ਖੜਾ ਸੀ ਆਪਣੇ ਸਰਾਂ ਦੇ ਮੂਹਰੇ। ਉਹ ਟਰੱਕ ਸਾਨੂੰ ਦਿੱਤਾ 4-5 ਮਹੀਨਿਆਂ ਬਾਅਦ। ਉਹਦੇ ਵਿੱਚੋਂ ਚੋਰੀ ਹੋਇਆ ਸਮਾਨ, ਰੱਸੇ, ਤਰਪਾਲਾਂ, ਟੇਪ ਰਿਕਾਰਡ ਜਿਹੜੀ ਲੱਗੀ ਸੀ ਉਦੋਂ, ਉਹ ਚੋਰੀ ਹੋਇਆ। ਉਦੋਂ ਬਾਅਦ ਮੂਹਰਲੇ ਟਾਇਰ ਖੋਲ੍ਹਣੇ ਸ਼ੁਰੂ ਕਰੇ ਹੋਏ ਸੀ, ਗੱਲ ਕਰੋ ਖੁੱਲ੍ਹੇ ਤਾਂ ਨਹੀਂ ਰਹੇ ਤਾਂ ਨਾਲ ਹੀ, ਪਰ ਜਾਣ ਦੀ ਜੇ 5-7 ਦਿਨ ਹੋਰ ਰਹਿ ਜਾਂਦੀ, ਇੱਕ ਟਾਇਰ ਵੀ ਲੈ ਜਾਂਦੇ ਖੋਲ੍ਹ ਕੇ, ਨਵੇਂ ਟਾਇਰ ਲਵਾਏ ਹੋਏ ਸੀ। ਜਾਣੀ ਦੀ ਉਦੋਂ 20-30 ਹਜ਼ਾਰ ਦਾ ਨੁਕਸਾਨ, ਉਹਦੇ ਕਾਗਜ਼ ਪੱਚਰ ਚੋਰੀ ਹੋ ਗਏ, ਵਿਕਣ 'ਚ ਵੱਧ ਮੁੱਲ 'ਚ ਵਿਕੀ ਆ ਗੱਡੀ। ਜਾਣੀ 20-30 ਹਜ਼ਾਰ ਦਾ ਉਦੋਂ ਵੀ ਨੁਕਸਾਨ ਹੋਇਆ ਉਹ ਗੱਡੀ ਦਾ ਇਕੱਲੀ ਦਾ। ਸਾਡਾ ਤਾਂ ਜਿਹੜਾ ਹੋਣਾ ਤੇ ਹੋਣਾ ਹੀ ਸੀ। ਅੱਛਾ ਬਾਪੂ ਜੀ ਦੱਸੋ, ਹੁਣ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਬਹੁਤ ਵਾਰੀ ਗਏ ਵੀ ਹੋਵੋਗੇ ਹੈ ਨਾ? 50 ਵਾਰੀ ਜਾਏ ਭਾਈ ਘੱਟ ਤੋਂ ਘੱਟ। ਚਲੋ ਉਹ ਤਾਂ ਹੁਣ ਆਇਆ ਵੀ ਜਿਹੜਾ ਹੁਣ ਆਪਣਾ ਕੋਈ ਵੀ ਧਰਮ ਹੈ, ਧਰਮ ਤਾਂ ਆਪਾਂ ਛੱਡ ਹੀ ਨਹੀਂ ਸਕਦੇ। ਧਰਮ ਤਾਂ ਆਪਾਂ ਨੂੰ ਛਡਾਉਣ ਬਾਰੇ ਤਾਂ ਪਹਿਲਾਂ ਮੁਸਲਮਾਨਾਂ ਨੇ ਕਿੰਨਾ ਜ਼ੋਰ ਲਾ ਲਿਆ। ਇਹ ਵੀ ਧਰਮ ਛਡਾਉਣੀ ਇੱਕ ਕਿਸਮਤ ਹੈ ਇਹਨਾਂ ਦੀ, ਧਰਮ ਹੀ ਛਡਾਉਣਾ ਆਪਣਾ, ਵੀ ਸਿੱਖੀ ਖਤਮ ਕਰਨੀ ਹੈ। ਫਿਰ ਹੁਣ ਧਰਮ ਤਾਂ ਨਹੀਂ ਛੱਡਿਆ ਜਾਂਦਾ, ਜਿਹੜਾ ਕੁਛ ਹੋ ਗਿਆ ਤਾਂ ਜਾ ਹੀ ਜਾਂਦੇ ਅਸੀਂ ਤਾਂ ਉੱਥੇ। ਜਦੋਂ ਹੁਣ ਜਾਂਦੇ ਹੋ ਤੁਸੀਂ, ਕਦੀ ਵੇਲਾ ਯਾਦ ਆਉਂਦਾ ਜਾਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਆਪਣੇ ਪੋਤੇ ਨੂੰ? ਵੇਲਾ ਤਾਂ ਇੱਥੇ ਵੀ ਯਾਦ ਆ ਗਿਆ ਸੀ, ਫਿਰ ਹੁਣ ਕੀ ਕਰਿਆ ਜਾਵੇ। ਵੇਲਾ ਇਕੱਲਾ ਯਾਦ ਕਰਕੇ ਵੀ ਕੁਛ ਨਹੀਂ ਬਣਦਾ। ਜਿਹੜਾ ਹੁਣ ਕੋਈ ਵੀ ਆਪਣਾ, ਜੇ ਹੁਣ ਆਪਾਂ ਕਹੀਏ ਵੀ ਇਹਨੇ ਮੇਰੇ ਰਖੜਾ ਮਾਰਿਆ, ਉਹ ਸਾਰੀ ਉਮਰ ਥੋੜ੍ਹਾ ਭੁੱਲਿਆ ਜਾਊਗਾ। ਸਾਰੀ ਉਮਰ ਤਾਂ ਜਿਹੜਾ ਤਾਂ ਆਪਾਂ ਵੈਸੇ ਜਿੰਨਾ ਮਰਜ਼ੀ ਲੜੀ ਜਾਓ, ਉਹ ਤਾਂ ਕੁੱਲ ਕਸੂਰ ਹੈ। ਜੇ ਆਪਾਂ ਤਰਕ ਨਾਲ ਬੰਦਾ ਦੂਜੇ ਦੇ ਮਾਰਦਾ, ਫਿਰ ਉਹਦਾ ਫਰਕ ਤਾਂ ਰਹਿੰਦਾ ਹੀ ਆ, ਜ਼ਿੰਦਗੀ ਸਾਰੀ ਰਹਿੰਦਾ। ਹਾਂਜੀ। ਸੋ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਵਿੱਚ ਆਉਂਦੇ ਹੋ, ਤੇ ਫਿਰ 43 ਜਣੇ ਤੁਸੀਂ ਜਾਂਦੇ ਹੋ, ਤੇ ਕਿੰਨੇ ਜਣੇ ਬਚ ਕੇ ਆਉਂਦੇ ਨੇ ਫਿਰ ਪਰਿਵਾਰਾਂ 'ਚੋਂ? ਬਚ ਕੇ ਤਾਂ ਭਾਈ ਏੜੀਆ 43 ਜਾਣੇ ਸੀ, ਉਹਦੇ 'ਚੋਂ 11 ਮਰ ਗਏ। ਬਾਕੀ ਦੇਖ ਲਓ ਵੀ 34-35 ਬੰਦੇ ਬਚ ਗਏ, ਬੰਦੇ ਬੁੜੀਆਂ। ਉਹ ਵੀ ਅੱਡੋ ਅੱਡੀ, ਕੋਈ ਸੰਗਰੂਰ ਜੇਲ੍ਹ 'ਚ ਲਿਆ ਕੇ ਤੁਹਾਨੂੰ ਤੇ 28 ਦਿਨਾਂ ਬਾਅਦ ਛੱਡੇ, ਮੈਂ 63 ਦਿਨਾਂ ਬਾਅਦ ਛੱਡਿਆ। ਮਾਮਾ ਸਾਡਾ ਪਟਿਆਲੇ ਜੇਲ੍ਹ 'ਚ ਸੀ, ਉਹ ਮੇਰਾ ਖਿਆਲ 6 ਮਹੀਨਿਆਂ ਬਾਅਦ ਛੱਡਿਆ। ਅੱਛਾ ਤੁਸੀਂ ਵੀ ਜੇਲ੍ਹ ਜਾ ਕੇ ਆਏ ਹੋ? ਮੈਂ ਉੱਥੇ ਜੇਲ੍ਹ ਹੀ ਸੀ ਅੰਮ੍ਰਿਤਸਰ, ਜਦ ਹਸਪਤਾਲ 'ਚ, ਹੋਰ ਕੀ ਸੀ। ਜਦੋਂ ਉੱਥੇ ਹਰ ਵਕਤ ਸਾਡੇ ਤੇ ਡਿਊਟੀ ਰਫਲਾਂ ਦੀ ਹੋਈ ਸੀ ਹਰ ਵਕਤ। ਅਜੇ ਜੇਲ੍ਹ ਵਾਲੇ ਦਾ ਸਿਖਾਲੇ ਤੇ ਉਹ ਰੋਟੀ ਤਾਂ ਖਾਂਦੇ ਸੀ, ਸਾਡੇ ਰੋਟੀ ਵੀ ਨਹੀਂ ਮਿਲੀ ਸਾਨੂੰ। ਤਾਂ ਫਿੱਕੇ ਚੌਲ ਮਿਲਦੇ ਹੁੰਦੇ, ਜਾਂ ਸਾਫ ਵੱਡੀਆਂ ਮੋਟੀਆਂ ਭਰਿੰਡੀਆਂ ਜਿਹੜੀਆਂ ਬੀਆਂ ਵਾਲੀਆਂ, ਉਹਨਾਂ ਦੀ ਤਰੀ ਵਾਲੀ ਦਾਲ, ਉਹਦੇ 'ਚ ਮਿੱਟੀ ਦੇ ਤੇਲ ਵਾਲੇ ਹੱਥ ਲੱਗੇ ਵੀ ਰੋਟੀ ਨੂੰ ਖਾਓ। ਦੇਖ ਲਓ ਆਹ ਕੁਛ ਖਾਧਾ ਸੀ ਉੱਥੇ। 1 ਕੁਆਂਟਲ ਵਜਨ ਤੋਂ 32 ਕਿਲੋ ਵਜਨ ਰਹਿ ਜਾਣਾ ਕਿਤੇ 63 ਦਿਨਾਂ 'ਚ। ਲਾ ਲਓ ਵੀ ਤੁਸੀਂ 1.5 ਕਿਲੋ ਰੋਜ਼ ਦਾ ਹੀ ਘਟ ਗਿਆ, ਜਾਂ 1.25 ਕਿਲੋ ਲਾ ਲਓ। ਹਾਂਜੀ। ਤੇ ਅੱਜ ਦੀਆਂ ਸਰਕਾਰਾਂ ਦੀ ਅਸੀਂ ਗੱਲ ਕਰ ਲੈਂਦੇ ਹਾਂ, ਵੱਡੇ ਮੁੱਦਿਆਂ ਤੇ ਚੱਕੇ ਜਾਂਦੇ ਨੇ ਕਿ ਫਲਾਣਾ ਮੁੱਦਾ ਹੋ ਗਿਆ, ਇਲੈਕਸ਼ਨ ਵੀ ਨੇੜੇ ਆਉਂਦੇ ਜਾਂਦੇ ਨੇ। ਇਹ ਸਭ ਚੀਜ਼ਾਂ ਉਦੋਂ ਹੁੰਦੀਆਂ ਨੇ ਜਦੋਂ ਇਲੈਕਸ਼ਨ ਲੈਣੇ ਹੁੰਦੇ ਨੇ। ਕਦੇ ਪਹਿਲਾਂ ਕਿਉਂ ਨਹੀਂ ਸਾਰ ਲਈ ਜਾਂਦੀ ਗੀ? ਕੁਛ ਮਲਾਲ ਹੈਗਾ ਦਿਲ ਦੇ ਵਿੱਚ ਸਰਕਾਰਾਂ ਦੇ ਪ੍ਰਤੀ? ਸਰਕਾਰਾਂ ਤਾਂ ਭਾਈ ਹੁਣ ਤਾਂ ਸਰਕਾਰਾਂ ਬਹੁਤ ਕੁਝ ਚੱਕਣਗੀਆਂ। ਹੁਣ ਤਾਂ ਲਾ ਲਓ ਵੀ ਚਾਹੇ ਤੁਸੀਂ ਤਾਂ ਪੱਤਰਕਾਰ ਹੋ, ਚਲਾਉਣਾ ਹੀ ਆ, ਤੁਸੀਂ ਤਾਂ ਅੱਗੋਂ ਮਗਰੋਂ ਵੀ ਆਉਂਦੇ ਰਹਿੰਦੇ ਹੋ।
ਸਰਕਾਰ ਵਾਲੇ ਵੀ ਕਹਿੰਦੇ ਨੇ ਵੀ 84 ਦਾ ਮੁੱਦਾ ਠਾ ਲਿਆ, ਕਦੇ ਨਵਜੋਤ ਨੇ ਠਾ ਲਿਆ, ਕਦੇ ਉਹਨੇ ਠਾ ਲਿਆ, ਕਦੇ ਉਹਨੇ ਠਾ ਲਿਆ। ਤੇ ਲਿੰਕ ਨਹਿਰ ਵੀ ਹੁਣ ਯਾਦ ਆ ਗਈ, ਇਹਨਾਂ ਦੇ ਪਹਿਲਾਂ ਆਈ ਨਹੀਂ ਕਿਤੇ। ਇਹ ਜਿਹੜੀਆਂ ਦੁਰਘਟਨਾ ਹੋਈਆਂ ਵੀਆਂ ਨੇ ਇਹ ਯਾਦ ਹੀ ਲੋਕਾਂ ਨੂੰ ਉਦੋਂ ਕਰਾਉਂਦੇ ਜਦੋਂ ਵੋਟਾਂ ਲੈਣੀਆਂ ਨੇ। ਪਹਿਲਾਂ ਤਾਂ ਮਗਰੋਂ ਤਾਂ ਨਾ ਯਾਦ ਆਉਂਦੀ ਹੈ, ਹੁਣ ਤਾਂ ਉਹ ਚੀਜ਼ਾਂ ਵੀ ਯਾਦ ਕਰੀ ਜਾਂਦੇ ਆ ਇਹ ਵੀ ਜਿਹੜੀ ਫਲਾਨੀ ਚੀਜ਼ ਐਂ ਕਰ ਦਿਆਂਗੇ ਜੀ, ਅਸੀਂ ਆਟਾ ਫ੍ਰੀ ਕਰ ਦਿਆਂਗੇ ਜੀ, ਅਸੀਂ ਫਲਾਨੀ ਚੀਜ਼ ਕਰ ਦਿਆਂ। ਕਰਨਾ ਕਰਾਉਣਾ ਕਿਹਨੇ? ਕਰਨ ਨੂੰ ਤਾਂ ਹੁਣ ਆਹ ਸਾਡੀਆਂ ਲਿਫਟਾਂ ਹੀ ਬਣੀਆਂ ਨੇ, ਕਿਸੇ ਦੀ 10 ਲੱਖ ਦੀ ਬਣੀ ਹੈ ਜ਼ਿਮੀਂਦਾਰਾਂ ਦੀਆਂ, ਕਿਸੇ ਦੀ 5 ਲੱਖ ਦੀ ਬਣੀ ਹੈ, ਕਿਸੇ ਇਹ ਕਹਿੰਦੇ ਜੀ ਮਾफ़ ਕਰ ਦਿਆਂਗੇ ਲਿਫਟਾਂ, ਆੜ੍ਹਤੀਆਂ ਦਾ ਕਰਜ਼ਾ ਮਾफ़ ਕਰ ਦਿਆਂਗੇ। ਕਿਸੇ ਦੀ ਦਿਖਾਉਣ ਸਾਡੇ ਇੱਥੇ ਕੋਈ ਵੀ ਲਿਫਟ ਮਾਫ਼ ਹੋ ਗਈ। ਇਹ ਗੌਰਮੈਂਟ ਦਾ ਭਾਈ ਹੁਣ ਤੁਸੀਂ ਕਿਹੜਾ ਪਤਾ ਹੀ ਹੈ, ਪੜ੍ਹੇ ਲਿਖੇ ਹੋ, ਤੁਹਾਨੂੰ ਵੀ ਪਤਾ ਹੀ ਹੈ। ਕੈਪਟਨ ਸਰਕਾਰ ਨੇ ਤਾਂ ਕਿਹਾ ਸੀ ਕਿਸਾਨਾਂ ਦੇ ਕਰਜ਼ੇ ਮਾਫ ਹੋਣਗੇ, ਤੁਹਾਡੀ ਲਿਸਟ 'ਚ ਨਾਮ ਨਹੀਂ ਆਇਆ ਸੀ। ਸਾਡਾ ਮਾਫ਼ ਤਾਂ ਵੱਧ ਪਵਾ ਜਾਣ ਭਾਈ ਲੱਗ ਕੇ ਵੀ ਆ ਤੁਹਾਨੂੰ ਜੁਰਮਾਨਾ ਲੱਗ ਗਿਆ ਇੰਨਾ ਵੀ ਤੁਸੀਂ ਲੇਟ ਭਰੀ ਹੈ। ਸਾਨੂੰ ਕੋਈ ਮਾਫੀ ਨਹੀਂ ਆਈ, ਕੁਛ ਨਹੀਂ ਆਇਆ। ਸਾਡੀ 5 ਲੱਖ ਦੀ ਲਿਫਟ ਮੇਰੀ ਖੁਦ ਬਣੀ ਵੀ ਹੈ ਤੇ ਬੱਚੇ ਦੀ ਅੱਡ ਬਣੀ ਵੀ ਹੈ, ਕਿਉਂ ਹਰ ਵਕਤ ਪੈਸੇ ਦੀ ਲੋੜ ਹੀ ਹੈ। ਬਾਕੀ ਰੋਜ਼ ਜੁਰਮਾਨਾ ਜ਼ਰੂਰ ਆਉਂਦਾ ਰੋਜ਼ ਲੱਗ ਕੇ ਵੀ ਆਹ ਨਵਾਂ ਵਿਆਜ ਬਣ ਗਿਆ, ਫਲਾਨਾ ਹੋ ਗਿਆ, ਧਮਕਾ ਹੋ ਗਿਆ। ਇਹ ਤਾਂ ਗੌਰਮੈਂਟਾਂ ਦਾ ਸਿਰਫ ਆਪਦਾ ਇਹਨਾਂ ਨੂੰ ਚਾਹੀਦਾ, ਕਿਸੇ ਦਾ ਹੋਰ ਕੁਛ ਨਹੀਂ ਹੈਗਾ। ਚਲੋ ਜਿਹੋ ਜਿਹਾ ਕੁਛ ਚੱਲਦਾ ਵੱਜਦਾ ਬਾਜਾ ਭਾਈ ਵਧੀਆ। ਸਾਡੇ ਮਾਧਿਅਮ ਦੇ ਨਾਲ ਤੁਹਾਨੂੰ ਲੱਖਾਂ ਲੋਕ ਇਸ ਵੇਲੇ ਸੁਣ ਰਹੇ ਨੇ, ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਸਰਕਾਰ ਵੀ ਜ਼ਰੂਰ ਸੁਣਦੀ ਹੋਏਗੀ ਕਿਤੇ ਨਾ ਕਿਤੇ ਤੁਹਾਨੂੰ ਕਿ ਤੁਸੀਂ ਇੰਨੇ ਵੱਡੇ ਦਰਦ ਵਿੱਚ ਉੱਭਰ ਕੇ ਇੱਥੇ ਆਏ ਹੋ। ਇੱਕ ਬਹੁਤ ਬਹਾਦਰ ਹੋ ਤੁਸੀਂ ਕਿ ਉਸ ਵੇਲੇ ਜੇ ਤੁਸੀਂ ਨਾ ਚੜ੍ਹਦੇ ਬੱਸ ਦੇ ਵਿੱਚ ਤਾਂ ਸ਼ਾਇਦ ਤੁਸੀਂ ਵੀ ਉੱਥੇ ਕਿਤੇ ਹੋਣਾ ਸੀ ਤੇ ਪਰਿਵਾਰਕ ਮੈਂਬਰ ਅੱਜ ਨਹੀਂ, ਤੁਸੀਂ ਵਿਚਕਾਰ ਜ਼ਿੰਦਗੀ ਗੁਜ਼ਾਰਨੀ ਸੀ ਔਰ ਹਿੰਮਤ ਦਿਖਾਈ, ਦਲੇਰੀ ਦਿਖਾਈ, ਅੱਜ ਪਰਿਵਾਰ ਨੂੰ ਫਿਰ ਤੋਂ ਮੁੜ ਸੁਰਜੀਤ ਕੀਤਾ। ਤੁਸੀਂ ਬੜਾ ਹੱਸਦਾ ਵਸਦਾ ਸੋਹਣਾ ਪਰਿਵਾਰ ਤੁਹਾਡਾ, ਹੁਣ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਹੋ। ਤਾਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਭਾਈ ਕੀ ਕਹਿਣਾ, ਇਹ ਸਰਕਾਰ ਤਾਂ ਹੁਣ ਕੁਛ ਕਹੀ ਜਾ, ਨਾ ਤਾਂ ਸਰਕਾਰ ਤਾਂ ਸੁਣਦੀ ਨਹੀਂ। ਸਰਕਾਰ ਨੂੰ ਤਾਂ ਰੋਜ਼ ਹੀ ਗਾਲਾਂ ਦੇਈ ਜਾਂਦੇ ਆ ਲੋਕ। ਜੇ ਹੁਣ 2 ਗਾਲਾਂ ਮੈਂ ਦੇ ਦੂੰ ਵਿੱਚ ਤਾਂ ਉਹਦੇ ਮੇਰੇ ਨਾਲ ਕਿਹੜਾ ਉਹਦੇ ਸੱਟ ਵੱਜਣ ਲੱਗੀ ਹੈ। ਸਰਕਾਰ ਤਾਂ ਹੁਣ ਤੁਹਾਨੂੰ ਵੀ ਪਤਾ ਹੀ ਹੈ ਜਿਹੜਾ ਕੁਛ ਕਰਦੀ ਹੈ ਸਰਕਾਰ, ਤਾਂ ਸਾਨੂੰ ਵੀ ਪਤਾ, ਆਮ ਲੋਕਾਂ ਨੂੰ ਵੀ ਪਤਾ ਵੀ ਕੀ ਕਰੀ ਜਾਂਦੀ ਹੈ ਸਰਕਾਰ। ਸਰਕਾਰ ਦੀਆਂ ਜਿਹੜੀਆਂ ਰਲੀਆਂ ਮਿਲੀਆਂ ਗੱਲਾਂ ਨੇ ਸਾਰੀਆਂ, ਜੇ ਹੁਣ ਕਈ ਵੀ ਇੱਕ ਜਣਾ ਕਰਦਾ, ਇੱਕ ਜਣਾ ਥੋੜ੍ਹਾ ਕਰਦਾ। ਜਿਹੜੇ ਇਹ 40 ਜਾਂ 50 ਬੰਦੇ ਆ ਸਰਕਾਰ ਦੇ ਬਣੇ ਵੇ, ਇਹ ਵੀ ਸਾਰੇ ਇਕੱਠੇ ਆ। ਜਿਹੜੀ ਗਾਹਾਂ ਉਦੋਂ ਬੈਠੀ ਆ ਉਹ ਵੀ ਨਾਲ ਇਹਨਾਂ ਦੇ ਇਕੱਠੇ ਨੇ। ਇਹ ਹੈ ਤਾਂ ਇੱਕੋ ਹੀ ਗੱਲ ਹੈ। ਜੇ ਹੁਣ ਕੇਰਾਂ ਕਹਿੰਦੇ ਹੁੰਦੇ ਵੀ ਗਿੱਦੜ ਜੇ ਕੇਰਾਂ ਆਊ ਕਹਿੰਦਾ, ਜੇ ਦੂਜਾ ਨਾ ਕਹੇ ਉਹਦੇ ਖਰਸ ਪੈ ਜਾਂਦੀ ਹੈ। ਗਿੱਦੜ ਅੱਗੇ ਜੇ ਪੁਰਾਣੇ ਅੱਖਰ ਤੁਸੀਂ ਨਹੀਂ ਦੇਖੇ, ਜਿੱਦਾਂ ਦੇਖਿਆ ਮਾੜੇ ਮੋਟੇ, ਅੱਗੇ ਕਹਿੰਦੇ ਹੁੰਦੇ ਵੀ ਜੇ ਗਿੱਦੜ ਕੇਰਾਂ ਇੱਕ ਨੇ ਆਊ ਕਹਤਾ, ਜੇ ਦੂਜਾ ਚਾਹੇ 10 ਮੀਲ ਤੇ ਬੈਠਾ, ਜੇ ਉਹਨੂੰ ਆਵਾਜ਼ ਨਾ ਸੁਣੀ, ਉਹਦੀ ਸੁਣ ਗਈ ਤਾਂ ਉਹਨੇ ਭੌਂਕਣਾ ਹੀ ਭੌਂਕਣਾ। ਉਹ ਗਿੱਦੜ ਭੌਂਕਣਾ ਕਹਿੰਦੇ ਹੁੰਦੇ ਵੀ ਉਹਨੇ ਭੌਂਕਣਾ ਨਾਲ, ਜੇ ਨਾ ਭੌਂਕਦਾ ਉਹਦੇ ਖਰਸ ਪੈਂਦੀ ਹੈ। ਇਹ ਗੱਲ ਹੈ। ਹੁਣ ਜੇ ਇਹ ਮਤਲਬ ਦੂਜਾ ਇੱਕ ਜਣਾ ਬੋਲਦਾ ਫਿਰ ਦੂਜੇ ਦੇ ਖਰਚ ਪੈਣ ਵਾਲੀ ਗੱਲ ਹੀ ਹੈ। ਜੇ ਇੱਕ ਐਲਾਨ ਕਰ ਦੂ ਦੂਜਾ ਕਿਵੇਂ ਸਰਾਰੂ ਨੂੰ। ਹੁਣ ਇਹ ਨਵਜੋਤ ਸਿੱਧੂ ਸੁਣਦੇ ਆ, ਬੜੀਆਂ ਮੋਟੀਆਂ ਖਬਰਾਂ ਸੁਣ ਲੈਂਦੇ ਆ ਜਵਾਕਾਂ ਤੋਂ ਭਾਈ। ਇਹ ਹੁਣ ਰੋਜ਼ ਇਹਦੇ ਬਾਰੇ ਗੌਰਮੈਂਟ ਬਾਰੇ ਲੜੀ ਜਾਂਦਾ, ਕਿਸੇ ਜੂਨ ਸਰਕੀ ਤਾਂ ਹੀ ਨਹੀਂ ਸਰਕਦੀ ਕਿੱਥੋਂ, ਸਾਰੇ ਹਨ ਤਾਂ ਰਲੇ ਮਿਲੇ ਇੱਕੋ ਹੀ ਗੱਲ ਹੈ। ਹਾਂਜੀ ਬਾਪੂ ਜੀ, ਹੁਣ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਪੂਰਾ ਉਹ ਸਾਨੂੰ ਵਾਕਿਆ ਯਾਦ ਕਰਵਾਇਆ ਜੋ ਅੱਜ ਅਸੀਂ ਅੱਜ ਦੀ ਪੀੜ੍ਹੀ ਹਾਂ, ਸਾਨੂੰ ਉਹ ਚੀਜ਼ਾਂ ਅਸੀਂ ਸੁਣਦੇ ਆਏ ਹਾਂ, ਤੁਹਾਡੇ ਤੋਂ ਸੁਣ ਲਿਆ, ਆਪਣੇ ਦਾਦੇ ਬਾਬਿਆਂ ਤੋਂ ਸੁਣ ਲਿਆ, ਮਾਂ ਬਾਪ ਤੋਂ ਸੁਣ ਲਿਆ ਕਿ ਉਸ ਸਮੇਂ ਆਹ ਕੁਛ ਹੋਇਆ ਸੀ, ਜਾਂ ਅਸੀਂ ਕਿਤਾਬਾਂ 'ਚ ਪੜ੍ਹ ਲੈਂਦੇ ਕਿ ਕੁਛ ਹੋਇਆ ਸੀ। ਪਰ ਜਦੋਂ ਤੁਸੀਂ ਆਪ ਸੁਣਦੇ ਆ ਤਾਂ ਦਿਲ ਨੂੰ ਬਹੁਤ ਦੁੱਖ ਹੁੰਦਾ ਹੈ। ਸੋ ਅੱਜ ਤੁਸੀਂ ਇੱਕ ਉਸ ਸੱਚ ਤੋਂ ਵਾਕਫ ਕਰਾਇਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਤਾਂ ਭਾਈ ਚਲੋ ਤੁਸੀਂ ਸੁਣ ਲਿਆ, ਮੈਂ ਇੱਥੋਂ ਸੁਣ ਲਿਆ। ਇਹ ਤਾਂ ਅਸੀਂ ਪਹਿਲਾਂ ਸੁਣਦੇ ਹੁੰਦੇ, ਪਹਿਲਾਂ ਤੋਂ ਮਾਰ ਮਰਾਈ ਤਾਂ ਇਹਨਾਂ ਦੀ ਸਿੱਖਾਂ ਦੀ ਤਾਂ ਪਹਿਲਾਂ ਤੋਂ ਹੀ ਚੱਲਦੀ ਹੁੰਦੀ ਹੈ। ਚਲ ਅਸੀਂ ਹੁਣ ਆਹ ਖੁਦ ਦੇਖ ਲਿਆ, ਪਹਿਲਾਂ ਅਸੀਂ ਸੁਣਦੇ ਹੁੰਦੇ ਵੀ ਫਲਾਣੇ ਥਾਵੇਂ ਇੰਨੇ ਮਾਰਤੇ, ਫਲਾਣੇ ਭਗਤ ਸਿੰਘ ਫਾਂਸੀ ਚਾੜਤਾ, ਉਹ ਚਾੜਤਾ। ਇਹ ਕੋਈ ਨਵਾਂ ਕੰਮ ਤਾਂ ਹੈ ਨਹੀਂ, ਤਾਂ ਗੌਰਮੈਂਟ ਦਾ ਕੰਮ ਹੈ ਭਾਈ। ਇਹ ਤਾਂ ਮਾਰਦੇ ਹਜੇ ਕਿਹੜਾ ਹਟਣਗੇ, ਹੁਣ ਕੀ ਚੱਲੀ ਜਾਂਦਾ ਕੰਮ ਤਾਂ। ਉਦੋਂ ਬਾਅਦ ਖਾੜਕੂ ਬਾਅਦ 'ਚ ਕਿੰਨੇ ਮਾਰਤੇ, ਖਾੜਕੂਆਂ ਨੇ ਜੇ 5 ਮਾਰੇ ਤਾਂ ਗੌਰਮੈਂਟ ਨੇ 50 ਮਾਰੇ ਨੇ। ਇਹ ਤਾਂ ਚੱਲੀ ਜਾਂਦਾ ਭਾਈ, ਹੁਣ ਵੀ ਚੱਲੀ ਜਾਊਗਾ, ਹੁਣ ਕਿਹੜਾ ਹਟੂਗਾ। ਗੱਲ ਕਰ ਇੰਨਾ ਕੁ ਹੈਗਾ ਵੀ ਜੇ ਇਨਸਾਫ ਦੇਈ ਜਾਣ, ਜਿਵੇਂ ਮਰਦਾ ਬੰਦਾ, ਜੇ ਗੌਰਮੈਂਟ ਦਾ ਮਰ ਗਿਆ, ਇੱਕ ਮਰ ਗਿਆ ਤਾਂ ਗੌਰਮੈਂਟ 5-4 ਨਾਲ ਮਾਰਦੀ ਹੈ। ਬਾਕੀ ਇਹਨਾਂ ਨੂੰ ਉਤਲੇ ਬੰਦਿਆਂ ਦਾ, ਜਿਹੜੇ ਬੰਦੇ ਕਹਿੰਦੇ ਆ ਵੀ ਪੱਗ ਵਾਲਾ ਛੱਡਣਾ ਨਹੀਂ, ਇਹ ਵੀ ਉਹਨਾਂ ਦੇ ਨਾਲ ਇਹਨਾਂ ਨੂੰ ਰਲਣਾ ਪੈ ਜਾਂਦਾ। ਇਹਨਾਂ ਦੀ ਪੂੰਜੀ ਛੋਟੀ ਹੈ ਇਹਨਾਂ ਦੀ। ਆਮ ਬੰਦੇ ਜਿਹੜੇ ਤੁਸੀਂ ਪੜ੍ਹੇ ਲਿਖੇ ਹੋ ਕਹਿੰਦੇ ਨੂੰ ਵੀ ਆਟੇ 'ਚ ਲੂਣ ਹੈ ਪੰਜਾਬ। ਫਿਰ ਹੁਣ ਜਿਹੜੇ ਲੀਡਰ ਨੇ 5-7, ਇਹਨਾਂ ਦੀ ਵੀ ਕੋਈ ਫਾਲ ਨਹੀਂ ਪੁੱਗਦੀ ਜੇ ਆਪਾਂ ਇਹਨਾਂ ਦੇ ਸਿਰ 'ਤੇ ਬਾਹਲਾ ਲਾਈਏ। ਪਰ ਜਾਣਦੀ ਜਦੋਂ ਮੌਕੇ ਦੀ ਸਰਕਾਰ ਜਿਵੇਂ ਬਾਦਲ ਹੋ ਰਹੀ ਸੀ, ਉਹਨਾਂ ਦਾ ਉਦੋਂ ਚੱਲਦਾ ਸੀ ਕੰਮ ਸਿੱਕਾ। ਜਿਹੜੇ ਬੰਦੇ ਸਰਟੀਫਿਕੇਟ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਬਣਾ ਦੇਣੇ, ਇਹ ਸਾਨੂੰ ਉਹ ਵੀ ਨਹੀਂ ਸਬੂਤ ਦਿੱਤੇ। ਜੇ ਕੱਲ੍ਹ ਨੂੰ ਅਸੀਂ ਮਰਦੇ ਹਾਂ ਤਾਂ ਸਾਡਾ ਸਬੂਤ ਕੋਈ ਹੈਗਾ, ਕੋਈ ਹੈ ਨਹੀਂ ਵੀ ਮਰ ਗਏ, ਉਹ ਤਾਂ ਮਰ ਗਏ ਬਸ ਠੀਕ ਆ। ਹੁਣ ਬਥੇਰੇ ਮਰ ਗਏ ਸਾਡੇ ਨਾਲ ਦੇ ਮੇਰੇ ਖਿਆਲ 20 ਬੰਦੇ ਮਰ ਗਏ ਹੋਣਗੇ ਵਿੱਚੋਂ, ਸਾਡੇ ਜਿਹੜੇ ਉੱਥੇ ਜਾਣ ਵਾਲੇ ਸੀ।
ਪਰ ਚਲੋ ਜਿਹੜਾ ਕੁਛ ਹੋ ਗਿਆ ਵਧੀਆ ਭਾਈ। ਧੰਨਵਾਦ ਬਾਪੂ ਜੀ। ਸੋ ਇਹ ਸਨ ਸਾਡੇ ਨਾਲ ਬਾਪੂ ਜੱਗਾ ਸਿੰਘ ਜੀ, ਜਿਨ੍ਹਾਂ ਨੇ ਆਪਣੇ ਉਸ ਦਰਦ ਨੂੰ ਸੁਣਾਇਆ, ਉਸ ਦਾਸਤਾਨ ਨੂੰ ਸੁਣਾਇਆ। ਉਹ ਦਾਸਤਾਨ ਜੋ ਅੱਜ ਵੀ ਰਿਸਦੀ ਹੈ। ਜੂਨ 84, ਇਕੱਲੇ ਅਸੀਂ 84 ਦੀ ਗੱਲ ਨਹੀਂ ਕਰਦੇ ਜਾਂ ਇਕੱਲੇ ਜੂਨ ਮਹੀਨੇ ਦੀ ਗੱਲ ਨਹੀਂ ਕਰਦੇ, ਇਹ ਤਾਂ ਹਮੇਸ਼ਾ ਹੀ ਸਿਰਫ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਉਦੋਂ ਇਹ ਦਰਦ ਦਿਖਾਉਣਾ ਬਣਦਾ ਹੈ ਕਿ ਕੀ ਕੁਝ ਹੋਇਆ ਸੀ ਉਸ ਵੇਲੇ ਦੇ ਵਿੱਚ। ਅਤੇ ਇਹ ਸਿਰਫ ਸਾਡੇ ਵਰਗੇ ਅਸੀਂ ਇਸ ਮਹੀਨੇ ਦੇ ਵਿੱਚ ਆ ਜਾਂਦੇ ਹਾਂ, ਤਾਂ ਪਰ ਜੋ ਇਸ ਦਰਦ ਨੂੰ ਹੰਢਾ ਕੇ ਆਏ ਨੇ ਉਹਨਾਂ ਦੇ ਪਿੰਡੇ 'ਤੇ ਹਮੇਸ਼ਾ ਹੀ ਰਿਸਦਾ, ਕਿਉਂਕਿ ਬਾਪੂ ਜੀ ਦੇ 11-12 ਆਪਰੇਸ਼ਨ ਹੋਏ ਨੇ ਔਰ ਅੱਜ ਵੀ ਉਹ ਨਿਸ਼ਾਨ ਜਦੋਂ ਦੇਖਦੇ ਨੇ ਤਾਂ ਉਹ ਚੀਜ਼ਾਂ ਤਾਂ ਰੋਜ਼ ਹੀ ਨਿੱਤ ਦਿਨ ਹੀ ਯਾਦ ਕਰਦੇ ਹੋਣਗੇ। ਜਦੋਂ ਆਪਣਾ ਹਮਸਫਰ ਨੂੰ ਉਸ ਦਰਦਨਾਕ ਹਾਦਸੇ ਵਿੱਚ ਖੋ ਆਉਣਾ, ਬਹੁਤ ਸਾਰੀਆਂ ਲਾਸ਼ਾਂ ਅੱਖੀਂ ਦੇਖਣੀਆਂ ਔਰ ਉੱਥੋਂ ਇੱਕ ਬਹਾਦਰੀ ਦੇ ਨਾਲ ਇੱਥੇ ਆ ਕੇ ਫਿਰ ਜ਼ਿੰਦਗੀ ਨੂੰ ਮੁੜ ਤੋਂ ਸੁਰਜੀਤ ਕਰਨਾ, ਇਹ ਬੜੀ ਵੱਡੀ ਜਿਹੜੀ ਬਹਾਦਰੀ ਹੈ। ਬਾਪੂ ਜੀ ਦੇ ਹੌਸਲੇ ਨੂੰ ਅਸੀਂ ਸਲਾਮ ਵੀ ਕਰਦੇ ਹਾਂ ਔਰ ਉਹਨਾਂ ਸਰਕਾਰਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਜੋ ਲੋਕ ਇੰਨਾ ਵੱਡਾ ਦਰਦ ਜਿਹੜਾ ਉੱਥੇ ਸਹਿ ਕੇ ਆਏ ਨੇ, ਇੱਕ ਵਾਰ ਜ਼ਰੂਰ ਦੇਖੋ। ਜੇਕਰ ਉਹਨਾਂ ਨੂੰ ਸਰਟੀਫਿਕੇਟ ਦੀ ਲੋੜ ਹੈ, ਕਿਸੇ ਮਾਲੀ ਸਹਾਇਤਾ ਦੀ ਲੋੜ ਹੈ ਤਾਂ ਜ਼ਰੂਰ ਕੀਤੀ ਜਾਵੇ। ਸੋ ਆਸ ਉਮੀਦ ਦੇ ਨਾਲ ਫਿਰ ਤੋਂ ਹਾਜ਼ਰ ਜ਼ਰੂਰ ਹੋਵਾਂਗੇ। ਸਹਿਯੋਗੀ ਸਾਥੀ ਵਿੱਕੀ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।